ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਦਾ ਸਾਡਾ ਸੈਸ਼ਨ ਵੀ ਸਵਾਲ ਜਵਾਬ ਦਾ ਹੈ। ਜਿਹੜੇ ਸਵਾਲ ਆਪ ਜੀ ਨੇ ਭੇਜੇ ਹਨ, ਪੈਨਲ ਮੈਂਬਰਸ ਨੇ ਉਹਨਾਂ ਉੱਤੇ ਵਿਚਾਰ ਕਰਕੇ ਜੋ ਜਵਾਬ ਬਣਾਏ ਹਨ ਉਹ ਆਪ ਜੀ ਨਾਲ ਸਾਂਝਾ ਕਰਨਗੇ। ਸਾਡੇ ਜਵਾਬ ਦੇ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ ਦੀਆਂ ਰਚਨਾਵਾਂ ਤੇ ਹੋਰ ਇਤਿਹਾਸਿਕ ਪੁਸਤਕਾਂ ਜਿਹੜੇ ਦੇ ਹਵਾਲੇ ਗੁਰਮਤਿ ਅਨੁਸਾਰ ਠੀਕ ਢੁਕਦੇ ਹਨ, ਉਹਨਾਂ ਦੇ ਉੱਤੇ ਆਧਾਰਿਤ ਹੁੰਦੇ ਹਨ। ਆਪ ਜੀ ਨੂੰ ਕੁਝ ਵੀ ਇਹਦੇ 'ਚ ਠੀਕ ਨਾ ਲੱਗੇ ਤਾਂ ਦੁਬਾਰਾ ਮੈਸੇਜ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ, ਤਾਂ ਕਿ ਉਹਦੇ ਵਿੱਚ ਹੋਰ ਵੀ ਖੋਜ ਕੀਤੀ ਜਾ ਸਕੇ। ਤੋ ਇਸ ਸੈਸ਼ਨ ਦੀ ਸੇਵਾ ਨਿਭਾਉਂਦੇ ਵੀ ਰਾਜਾ ਸਿੰਘ ਜੀ, ਬੇਨਤੀ ਕਰ ਰਹੇ ਹਾਂ ਵੀ ਰਾਜਾ ਸਿੰਘ ਜੀ ਕਿਰਪਾ ਕਰੋ, ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸੰਗਤ ਜੀ, ਆਪ ਜੀ ਦੀ ਸੇਵਾ 'ਚ ਪੈਨਲ ਹਾਜ਼ਰ ਹੈ। ਤੋ ਸਭ ਤੋਂ ਪਹਿਲਾਂ ਪੈਨਲ ਮੈਂਬਰ ਆਪ ਜੀ ਨਾਲ ਫਤਿਹ ਸਾਂਝੀ ਕਰਨਗੇ ਜੀ। ਮੈਂ ਬੇਨਤੀ ਕਰ ਰਿਹਾ ਡਾਕਟਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਭਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਕਿੱਕਰ ਸਿੰਘ ਜੀ। ਕਿੱਕਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਸਾਹਿਬ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਇੰਦਰਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਤੋ ਸਾਧ ਸੰਗਤ ਜੀ, ਆਪ ਜੀ ਵੱਲੋਂ ਭੇਜੇ ਸਵਾਲ, ਉਹਨਾਂ ਦੇ ਸਵਾਲ ਜੋ ਨੇ ਉਹ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨੇ। ਤੇ ਸਭ ਤੋਂ ਪਹਿਲਾਂ ਜਿਹੜਾ ਅਸੀਂ ਸਵਾਲ ਲੈ ਰਹੇ ਹਾਂ ਜੀ, ਉਹ ਹੈ ਕਿ ਨਿਸ਼ਾਨ ਸਾਹਿਬ ਤੇ ਖੰਡਾ ਅਤੇ ਤੀਰ, ਇਹਦਾ ਕੀ ਇਤਿਹਾਸ ਹੈ? ਨਿਸ਼ਾਨ ਸਾਹਿਬ ਤੇ ਅਲੱਗ-ਅਲੱਗ ਕਿਉਂ ਲਗਾਏ ਜਾਂਦੇ ਹਨ? ਮਰਿਆਦਾ ਕੀ ਹੈ? ਤੋ ਇਹ ਸਵਾਲ ਸਾਡੇ ਕੋਲ ਆਇਆ ਤੇ ਮੈਂ ਬੇਨਤੀ ਕਰ ਰਿਹਾ ਵੀਰੇਂਦਰਬੀਰ ਸਿੰਘ ਜੀ ਨੂੰ ਵੀ ਇਹਦੇ ਬਾਰੇ ਸਾਨੂੰ ਸੂਚਨਾ ਦੇ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੇ ਸਵਾਲ ਸਰਵਣ ਕੀਤਾ ਹੈ ਕਿ ਨਿਸ਼ਾਨ ਸਾਹਿਬ ਦੇ ਸਿਰੇ ਤੇ ਖੰਡਾ ਜਾਂ ਤੀਰ, ਇਹਦਾ ਕੀ ਇਤਿਹਾਸ ਹੈ? ਤੋ ਇਹ ਸਵਾਲ ਜਿਹੜਾ ਹੈ ਸੰਗਤ ਜੀ, ਇਹ ਸਿੱਧਾ ਹੀ ਸਿੱਖ ਰਹਿਤ ਮਰਿਆਦਾ ਦੇ ਨਾਲ ਸੰਬੰਧਿਤ ਹੈ। ਤੇ ਇਸ ਵਾਸਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੋ ਹਦਾਇਤ ਹੈ, ਸਭ ਤੋਂ ਪਹਿਲਾਂ ਅਸੀਂ ਉਸ ਨੂੰ ਵੇਖਾਂਗੇ। ਤੇ ਸਿੱਖ ਰਹਿਤ ਮਰਿਆਦਾ ਅੰਦਰ ਗੁਰਦੁਆਰੇ ਸਿਰਲੇਖ ਹੇਠ ਡੱਡਾ ਪਹਿਰੇ ਵਿੱਚ ਲਿਖਿਆ ਹੈ, ਹਰ ਇੱਕ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉੱਤੇ ਭਾਵ ਟੌਪ ਤੇ ਸਰਬਲੋ ਭਾਵ ਲੋਹੇ ਦਾ ਭਾਲਾ ਜਾਂ ਖੰਡਾ ਹੋਵੇ। ਤੋ ਇਸੇ ਭਾਲਾ ਤੇ ਖੰਡਾ ਦੋ ਆਪਸ਼ਨ ਸਾਨੂੰ ਮਰਿਆਦਾ ਦੇ ਵਿੱਚ ਸੇਧਾਂ ਦਿੱਤੀਆਂ ਗਈਆਂ ਨੇ, ਜੋ ਸਾਡੇ ਨਿਸ਼ਾਨ ਸਾਹਿਬ ਤੇ ਮਤਲਬ ਸਿਰੇ ਦੇ ਲੱਗੀਆਂ ਹੋਣੀਆਂ ਚਾਹੀਦੀਆਂ। ਤੋ ਆਪ ਜੀ ਦੇਖ ਵੀ ਰਹੇ ਹੋ, ਸਾਡੇ ਕੋਲ ਜਿਹੜੀ ਤਸਵੀਰ ਹੈ, ਇੱਥੇ ਨਿਸ਼ਾਨ ਸਾਹਿਬ ਦੇ ਸਿਰੇ ਤੇ ਖੰਡਾ ਵੀ ਆਮ ਤੌਰ ਤੇ ਹੁੰਦਾ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਤੇ ਭਾਲਾ ਵੀ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਹੁਣ ਇਹ ਭਾਲਾ ਜੋ ਹੈ, ਇਹ ਪੁਰਾਤਨ ਸਮਿਆਂ ਦੇ ਤੋਂ ਇਸਤੇਮਾਲ ਹੋਣ ਵਾਲਾ ਇੱਕ ਸ਼ਸਤਰ ਹੈ, ਹਥਿਆਰ ਹੈ, ਜੋ ਨੋਕਦਾਰ ਜਾਂ ਚੁੰਝਦਾਰ ਅਸੀਂ ਕਹਿੰਦੇ ਹਾਂ। ਇਹ ਹਥਿਆਰ ਜਿਹੜਾ ਹੈ, ਇਹ ਨੇਜ਼ਾ ਇਸਨੂੰ ਕਹਿੰਦੇ ਨੇ।
ਤੇ ਇਸ ਨੂੰ ਬੁਰਛਾ ਜਾਂ ਨੇਜ਼ਾ ਵੀ ਕਿਹਾ ਜਾਂਦਾ ਹੈ। ਤੇ ਦੂਸਰਾ ਜਿਹੜਾ ਸਾਡੇ ਕੋਲ ਮਰਿਆਦਾ ਦੇ ਵਿੱਚ ਸੇਧ ਦਿੱਤੀ ਗਈ ਉਸ ਮੁਤਾਬਕ ਖੰਡਾ ਹੈ। ਤੇ ਖੰਡੇ ਬਾਰੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ ਹੈ ਕਿ ਦੋ ਪਾਸਿਆਂ ਤੋਂ ਖੰਡਨ ਕਰਨ ਵਾਲਾ ਇੱਕ ਸ਼ਸਤਰ। ਤੇ ਇਸੇ ਤਰ੍ਹਾਂ ਦੀ ਹੋਰ ਵੀ ਵਿਦਵਾਨ ਜਿਵੇਂ ਡਾਕਟਰ ਰਤਨ ਸਿੰਘ ਜੱਗੀ ਵੀ ਲਿਖਦੇ ਹਨ ਕਿ ਕਿਰਪਾਨ ਵਰਗਾ ਇਹ ਸ਼ਸਤਰ ਜਿਸ ਦੇ ਦੋਵੇਂ ਪਾਸੇ ਤੇਜ਼ ਹੁੰਦੇ ਹਨ ਅਤੇ ਆਕਾਰ ਅਤੇ ਭਾਰ ਵਜੋਂ ਕਿਰਪਾਨ ਤੋਂ ਵੱਡਾ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਆਪਣੇ ਪਾਸ ਬਹੁਤ ਭਾਰੀ ਖੰਡਾ ਜਿਹੜਾ ਹੈ ਉਹ ਰੱਖਦੇ ਸਨ ਤੇ ਸਿੱਖ ਸਮਾਜ ਵਿੱਚ ਇਸ ਸ਼ਸਤਰ ਦਾ ਮਹੱਤਵ ਉਦੋਂ ਵਧਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਹੁਲ ਤਿਆਰ ਕਰਨ ਵੇਲੇ ਇਸ ਦਾ ਪ੍ਰਯੋਗ ਭਾਵ ਇਸਤੇਮਾਲ ਕੀਤਾ ਸੀ। ਤੇ ਉਦੋਂ ਤੋਂ ਇਹ ਜਿਹੜਾ ਖੰਡਾ ਹੈ ਇਹ ਅਸੀਂ ਪਾਹੁਲ ਤਿਆਰ ਕਰਨ ਲੱਗੇ ਹਾਂ। ਅੰਮ੍ਰਿਤ ਸਮੇਂ ਹਮੇਸ਼ਾ ਹੀ ਇਹ ਜਿਹੜਾ ਇਸਤੇਮਾਲ ਹੋ ਰਿਹਾ ਹੈ। ਤੇ ਇਸ ਇਸਤੇਮਾਲ ਹੋਣ ਵਾਲੇ ਖੰਡੇ ਦਾ ਆਕਾਰ ਜਾਂ ਸਾਈਜ਼ ਕਿੰਨਾ ਹੈ ਇਸ ਬਾਰੇ ਇਤਿਹਾਸ ਦੇ ਵਿੱਚ ਕੋਈ ਪ੍ਰਤੱਖ ਪ੍ਰਮਾਣ ਜਿਹੜੇ ਹਨ ਉਹ ਨਹੀਂ ਮਿਲਦੇ ਹਨ। ਤਾਂ ਸਪਸ਼ਟ ਹੈ ਕਿ ਸਿੱਖ ਰਾਤ ਮਰਿਆਦਾ ਦੇ ਵਿੱਚ ਦੋ ਸੇਧਾਂ ਸਾਨੂੰ ਮਿਲੀਆਂ ਹਨ ਜੋ ਕਿ ਨਿਸ਼ਾਨ ਸਾਹਿਬ ਦੇ ਸਿਰੇ ਤੇ ਹੋ ਸਕਦੇ ਹਨ। ਇੱਕ ਹੈ ਸਰਬਲੋਹ ਦਾ ਭਾਲਾ ਜਾਂ ਦੂਸਰਾ ਖੰਡਾ। ਤੇ ਜਿਵੇਂ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਤੀਰ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਦੇ ਸਿਰੇ ਤੇ ਇਸ ਦਾ ਕਿਤੇ ਵੀ ਜ਼ਿਕਰ ਇਤਿਹਾਸ ਵਿੱਚ ਸਾਨੂੰ ਨਹੀਂ ਮਿਲਦਾ ਤੇ ਨਾ ਹੀ ਮਰਿਆਦਾ ਦੇ ਵਿੱਚ ਸਾਨੂੰ ਕੋਈ ਤੀਰ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਦੇ ਜਿਵੇਂ ਕਿ ਸਵਾਲ ਦੇ ਵਿੱਚ ਪੁੱਛਿਆ ਗਿਆ ਹੈ ਹੋਣ ਦਾ ਜ਼ਿਕਰ ਹੈ। ਸੋ ਇਸ ਤਰ੍ਹਾਂ ਦੀ ਰੰਗ ਦੇ ਬਾਰੇ ਵੀ ਸਾਨੂੰ ਦੋ ਰੰਗ ਦੀ ਹਦਾਇਤ ਜਿਹੜੀ ਹੈ ਮਰਿਆਦਾ ਦੇ ਵਿੱਚ ਹੈ, ਜਾਂ ਤੇ ਬਸੰਤੀ ਜਾਂ ਸੁਰਮਈ ਰੰਗ। ਸੋ ਆਸ ਹੈ ਜਿਹੜਾ ਵੀਰਾਂ ਨੇ ਇਹ ਸਵਾਲ ਪੁੱਛਿਆ ਹੋਵੇਗਾ ਉਹਨਾਂ ਨੂੰ ਉਹਨਾਂ ਦਾ ਜਵਾਬ ਮਿਲ ਗਿਆ ਹੋਵੇਗਾ। ਫਿਰ ਵੀ ਜੇ ਆਪ ਜੀ ਦੇ ਪਾਸ ਕੋਈ ਹੋਰ ਵਧੇਰੇ ਜਾਣਕਾਰੀ ਹੈ ਜਾਂ ਕੋਈ ਹੋਰ ਜਾਣਕਾਰੀ ਆਪ ਜੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪ ਜੀ ਜ਼ਰੂਰ ਦੱਸ ਸਕਦੇ ਹੋ ਜੀ। ਇਤਨੇ ਹੀ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵੀਰ ਜੀ ਨੇ ਜੋ ਸਵਾਲ ਹੈ ਉਹਦਾ ਉੱਤਰ ਦਿੱਤਾ। ਤੋ ਇਹ ਸਾਡੀਆਂ ਨਿਸ਼ਾਨੀਆਂ ਨੇ, ਸਾਨੂੰ ਹਦਾਇਤਾਂ ਨੇ, ਇਹਨਾਂ ਦੇ ਪਿੱਛੇ ਫਿਲਾਸਫੀ ਹੈ। ਤੋ ਹਰੇਕ ਸਿੱਖ ਨੂੰ ਪਤਾ ਹੋਣੀ ਚਾਹੀਦੀ ਹੈ। ਤੋ ਇਹ ਇਸ ਲਈ ਬੜੀ ਚੰਗੀ ਗੱਲ ਹੈ ਵੀ ਸਵਾਲ ਆਇਆ। ਜੇ ਮਨ 'ਚ ਕੋਈ ਐਸਾ ਖਦਸ਼ਾ ਆ ਜਾਏ ਜਾਂ ਕੋਈ ਚੀਜ਼ ਕਲੀਅਰ ਨਾ ਹੋਵੇ ਤਾਂ ਇਹ ਚੰਗੀ ਗੱਲ ਹੈ ਕਿ ਅਸੀਂ ਇੱਕ ਦੂਜੇ ਤੋਂ ਪਤਾ ਕਰ ਲਈਏ, ਜਾਂ ਚਲੋ ਇਸ ਸਵਾਲ ਜਵਾਬ ਪੈਨਲ ਜਿਹੜਾ ਉਹਨੂੰ ਆਪਣਾ ਸਵਾਲ ਭੇਜ ਦਿਓ। ਧੰਨਵਾਦ ਵੀਰਿੰਦਰਵੀਰ ਸਿੰਘ ਜੀ। ਤੋ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਸਾਡੇ ਕੋਲ ਉਹ ਭੈਣ ਅਮਰ ਕੌਰ ਜੀ ਨੇ ਲਿਖਿਆ ਸੀਗਾ ਕਿ ਮੂਲ ਮੰਤਰ ਰਾਗ ਦੇ ਨਾਮ ਤੋਂ ਪਹਿਲਾਂ ਆਉਣਾ ਚਾਹੀਦਾ ਹੈ ਜਾਂ ਬਾਅਦ ਵਿੱਚ, ਕਿਉਂਕਿ ਜਿਸ ਵੇਲੇ ਆਪਾਂ ਦੇਖਦੇ ਹਾਂ ਜਿਹੜੀਆਂ ਛਾਪੇ ਵਾਲੀਆਂ ਬੀੜਾਂ ਤੋਂ ਆਪਾਂ ਸਹਿਜ ਪਾਠ ਕਰਦੇ ਹਾਂ ਤੇ ਉੱਥੇ ਸਾਨੂੰ ਪਹਿਲਾਂ ਵੀ ਮਿਲਦਾ ਹੈ ਤੇ ਬਾਅਦ 'ਚ ਹੀ ਮਿਲਦਾ ਹੈ। ਪਰ ਮਰਿਆਦਾ ਕੀ ਹੈ? ਭੈਣ ਜੀ ਦਾ ਇਹ ਸਵਾਲ ਹੈ। ਬੇਨਤੀ ਕਰ ਰਿਹਾ ਵੀਰ ਕਿੱਕਰ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਇਹਦੇ ਬਾਰੇ ਸਾਨੂੰ ਦੱਸ ਦਿਓ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਆਵਾਜ਼ ਆ ਰਹੀ ਹੈ ਜੀ? ਹੈਲੋ, ਆ ਰਹੀ ਜੀ? ਆ ਰਹੀ ਹੈ, ਨਹੀਂ ਆਏਗੀ ਤੁਹਾਨੂੰ ਦੱਸ ਦਿਆਂਗੇ। ਆ ਰਹੀ ਹੈ। ਠੀਕ ਹੈ ਜੀ, ਓਕੇ, ਧੰਨਵਾਦ ਜੀ। ਦੁਬਾਰਾ ਫੇਰ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਰਾਜਾ ਸਿੰਘ ਜੀ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਰਾਗ ਦਾ ਵੇਰਵਾ ਮੂਲ ਮੰਤਰ ਤੋਂ ਪਹਿਲਾਂ ਹੋਣਾ ਚਾਹੀਦਾ ਹੈ ਜਾਂ ਬਾਅਦ ਵਿੱਚ। ਸੋ ਇਸ ਬਾਰੇ ਸੰਖੇਪ ਜਿਹੀ ਜਾਣਕਾਰੀ ਇਹ ਹੈ ਕਿ ਪਹਿਲਾਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਜੋ ਹੁਣ ਵਰਤਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਉਸ ਵਿੱਚ ਮੂਲ ਮੰਤਰ ਪਹਿਲਾਂ ਹੈ ਜਾਂ ਰਾਗ ਬਾਰੇ ਜਾਣਕਾਰੀ ਹੈ। ਤਾਂ ਜਦੋਂ ਉਸ ਨੂੰ ਸਾਰੇ ਨੂੰ ਅਸੀਂ ਰਾਗਾਂ ਨੂੰ ਅਲੱਗ-ਅਲੱਗ ਵਾਚਦੇ ਹਾਂ ਤੇ ਜੋ ਉਹਦਾ ਸਿੱਟਾ ਨਿਕਲਿਆ ਹੈ ਉਹ ਸੰਖੇਪ ਵਿੱਚ ਇਸ ਤਰ੍ਹਾਂ ਹੈ। ਜਿਵੇਂ ਕਿ ਆਪ ਜਾਣੂ ਹੋ, ਕੁੱਲ ਰਾਗ 31 ਹਨ ਤੇ ਉਹਨਾਂ ਵਿੱਚੋਂ 31 ਰਾਗਾਂ ਵਿੱਚੋਂ 12 ਰਾਗ ਅਜਿਹੇ ਹਨ ਜਿਨ੍ਹਾਂ ਦੇ ਸ਼ੁਰੂ ਵਿੱਚ ਬਿਲਕੁਲ ਉੱਪਰ ਸੰਪੂਰਨ ਮੂਲ ਮੰਤਰ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਅਤੇ ਰਾਗ ਦੀ ਜਾਣਕਾਰੀ ਬਾਅਦ ਵਿੱਚ ਮੂਲ ਮੰਤਰ ਦੇ ਹੇਠਾਂ ਹੈ ਅਤੇ ਇੱਥੇ ਕੋਈ ਖੱਬੇ ਸੱਜੇ ਵਾਲੀ ਵਿਧੀ ਨਹੀਂ ਅਪਣਾਈ ਜਿਵੇਂ ਕਿ ਬਾਕੀ ਰਾਗਾਂ ਦੇ ਵਿੱਚ ਵਰਤੀ ਗਈ ਹੈ। ਮੈਂ ਫੇਰ ਦੁਬਾਰਾ ਇਹਨੂੰ ਰਿਪੀਟ ਕਰਦਾ ਜੀ। 12 ਰਾਗ ਅਜਿਹੇ ਨੇ ਜਿਨ੍ਹਾਂ ਦੇ ਉੱਪਰ ਮੂਲ ਮੰਤਰ ਸੰਪੂਰਨ ਰੂਪ ਵਿੱਚ ਭਾਵ ਪੂਰਾ ਮੂਲ ਮੰਤਰ
ਇੱਕ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ। ਉਸ ਤੋਂ ਬਾਅਦ ਇੱਕ ਪਹਿਲਾ ਰਾਗ ਹੈ ਜੀ ਸ੍ਰੀ ਰਾਗ। ਜਦੋਂ ਰਾਗ ਸ਼ੁਰੂ ਹੁੰਦੇ ਰਾਗਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਤਾਂ ਪਹਿਲਾ ਰਾਗ ਸ੍ਰੀ ਰਾਗ ਹੈ। ਉਹਦੇ ਵਿੱਚ ਸੰਖੇਪ ਮੂਲ ਮੰਤਰ ਪਹਿਲਾਂ ਉੱਪਰ ਹੈ ਅਤੇ ਰਾਗ ਦੀ ਜਾਣਕਾਰੀ ਬਾਅਦ ਵਿੱਚ ਹੈ। ਇਸ ਤੋਂ ਬਾਅਦ ਉਹ ਰਾਗ ਸ਼ੁਰੂ ਹੁੰਦੇ ਆ ਜੀ ਜਿਨ੍ਹਾਂ ਦਾ ਵੇਰਵਾ ਖੱਬੇ ਪਾਸੇ, ਭਾਵ ਰਾਗ ਦਾ ਵੇਰਵਾ ਖੱਬੇ ਪਾਸੇ ਅਤੇ ਸੰਪੂਰਨ ਮੂਲ ਮੰਤਰ ਸੱਜੇ ਪਾਸੇ ਬਿਲਕੁਲ ਬਰਾਬਰ ਬਰਾਬਰ ਰੱਖੇ ਗਏ ਹਨ। ਭਾਵ ਜੇ ਰਾਗ ਦੀ ਜਾਣਕਾਰੀ ਉਹ ਖੱਬੇ ਰੱਖੀ ਗਈ ਹੈ ਤੇ ਮੂਲ ਮੰਤਰ ਦਾ ਸੰਪੂਰਨ ਮੂਲ ਮੰਤਰ ਉਹ ਸੱਜੇ ਪਾਸੇ ਰੱਖਿਆ ਗਿਆ, ਤਾਂ ਉਹ ਦੋ ਰਾਗ ਅਜਿਹੇ ਹਨ, ਰਾਗ ਤਲੰਗ ਅਤੇ ਰਾਗ ਮਾਰੂ। ਹੁਣ ਗੱਲ ਕਰਦੇ ਹਾਂ ਜੀ ਉਹਨਾਂ ਰਾਗਾਂ ਦੀ ਜਿਨ੍ਹਾਂ ਵਿੱਚ ਰਾਗ ਬਾਰੇ ਜਾਣਕਾਰੀ ਖੱਬੇ ਪਾਸੇ ਰੱਖੀ ਗਈ ਹੈ ਅਤੇ ਸੰਪੂਰਨ ਮੂਲ ਮੰਤਰ ਸੱਜੇ ਪਾਸੇ ਹੈ, ਪਰੰਤੂ ਰਾਗ ਦੀ ਜਾਣਕਾਰੀ ਅਤੇ ਮੂਲ ਮੰਤਰ ਦੇ ਜੋ ਇੱਕ ਪੰਕਤੀ ਦਾ ਲੈਵਲ ਹੁੰਦਾ ਹੈ ਉਹਦੇ ਵਿੱਚ ਕੇਵਲ ਇੱਕ ਪੰਕਤੀ ਦੀ ਉੱਚੇ ਨੀਵੇਂ ਦਾ ਫਰਕ ਹੈ। ਅਜਿਹੇ ਰਾਗਾਂ ਦੀ ਗਿਣਤੀ ਵੀ 12 ਹੀ ਆ। ਇਸ ਤੋਂ ਬਾਅਦ 4 ਰਾਗ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਰਾਗ ਦੀ ਜਾਣਕਾਰੀ ਖੱਬੇ ਪਾਸੇ ਹੀ ਰੱਖੀ ਗਈ ਹੈ ਅਤੇ ਸੱਜੇ ਪਾਸੇ ਕੇਵਲ ਸੰਖੇਪ ਮੂਲ ਮੰਤਰ ਇੱਕ ਓਂਕਾਰ ਸਤ ਗੁਰ ਪ੍ਰਸਾਦ ਹੈ। ਸੋ 4 ਤਰ੍ਹਾਂ ਦੀ ਜਿਹੜੀ ਸਾਡੇ ਸਾਹਮਣੇ ਰੂਪ ਰੇਖਾ ਆਉਂਦੀ ਹੈ ਮੂਲ ਮੰਤਰ ਦੀ। ਪਹਿਲਾਂ ਸੰਖੇਪ ਰੂਪ ਵਿੱਚ, ਫਿਰ 12 ਰਾਗ ਅਜਿਹੇ ਹਨ ਜਿਨ੍ਹਾਂ ਤੇ ਸੰਪੂਰਨ ਮੂਲ ਮੰਤਰ ਪਹਿਲਾਂ ਵਿੱਚ, 12 ਰਾਗ ਹੀ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਰਾਗ ਦੀ ਜਾਣਕਾਰੀ ਖੱਬੇ ਪਾਸੇ ਅਤੇ ਮੂਲ ਮੰਤਰ ਸੰਪੂਰਨ ਰੂਪ ਵਿੱਚ ਸੱਜੇ ਪਾਸੇ। ਇਸੇ ਤਰ੍ਹਾਂ 4 ਰਾਗ ਅਜਿਹੇ ਹਨ ਜਿਨ੍ਹਾਂ ਵਿੱਚ ਸੰਖੇਪ ਮੂਲ ਮੰਤਰ ਸੱਜੇ ਪਾਸੇ ਅਤੇ ਰਾਗ ਦੀ ਜਾਣਕਾਰੀ ਖੱਬੇ ਪਾਸੇ। ਤੇ ਆਖਰੀ ਰਾਗ ਹੈ ਜੋ ਉਹ ਹੈ ਜੀ 31ਵਾਂ ਰਾਗ ਜੈ ਜੈਵੰਤੀ। ਇਹਦੇ ਵਿੱਚ ਵੀ ਜਿਹੜਾ ਮੂਲ ਮੰਤਰ ਹੈ ਸੰਪੂਰਨ ਰੂਪ ਵਿੱਚ ਉੱਪਰ ਪਹਿਲਾਂ ਆਉਂਦਾ ਹੈ। ਇਹ 12 ਰਾਗਾਂ ਉਹਨਾਂ ਵਿੱਚ ਆ ਚੁੱਕਿਆ ਹੈ। ਇਸ ਤੋਂ ਬਾਅਦ ਵੀ ਜੋ ਵਿਸ਼ੇਸ਼ ਬਾਣੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਜਿਵੇਂ ਕਿ ਸ਼ਲੋਕ ਸਹਿਸਕ੍ਰਿਤੀ, ਸਵਈਏ, ਸ਼ਲੋਕ ਵਾਰਾਂ ਤੇ ਵਧੀਕ ਆਦਿ, ਇਹਨਾਂ ਬਾਣੀਆਂ ਦਾ ਵੇਰਵਾ ਬਾਅਦ ਵਿੱਚ ਥੱਲੇ ਹੈ ਅਤੇ ਜਿਹੜਾ ਸੰਪੂਰਨ ਮੂਲ ਮੰਤਰ ਪਹਿਲਾਂ ਉੱਪਰ ਹੈ, ਬਿਲਕੁਲ ਉੱਪਰ ਹੈ। ਇੱਥੇ ਕੋਈ ਸੱਜੇ ਖੱਬੇ ਵਾਲੀ ਵਿਧੀ ਨਹੀਂ ਅਪਣਾਈ ਗਈ। ਆਖਰੀ ਬਾਣੀ ਸ਼ਲੋਕ ਮਹਲਾ 9ਵਾਂ ਹੈ, ਜਿਸ ਨੂੰ ਅਸੀਂ ਆਮ ਤੌਰ ਤੇ ਭੋਗ ਦੇ ਸ਼ਲੋਕ ਵੀ ਕਹਿੰਦੇ ਹਾਂ। ਵੈਸੇ ਇਹ ਹੈ ਤਾਂ ਸ਼ਲੋਕ ਬਾਣੀ ਦਾ ਹੀ ਹਿੱਸਾ, ਲੇਕਿਨ ਫਿਰ ਵੀ ਕਿਉਂਕਿ ਇਹ ਕੇਵਲ ਸੰਗਤ ਦੀ ਹਾਜ਼ਰੀ ਵਿੱਚ ਜ਼ਿਆਦਾ ਪੜ੍ਹੀ ਜਾਂਦੀ ਹੈ ਬਾਣੀ, ਤੇ ਇੱਥੇ ਵੀ ਜਿਹੜਾ ਸੰਖੇਪ ਮੂਲ ਮੰਤਰ ਪਹਿਲਾਂ ਹੈ ਅਤੇ ਬਾਣੀ ਦਾ ਵੇਰਵਾ ਬਾਅਦ ਵਿੱਚ। ਆਖਰੀ ਜੋ ਰਾਗਮਾਲਾ ਹੈ ਜਿਸ ਬਾਰੇ ਪੰਥ ਦੇ ਵਿੱਚ ਵੱਖ-ਵੱਖ ਵਿਚਾਰ ਹਨ, ਉੱਥੇ ਵੀ ਜਿਹੜਾ ਮੂਲ ਮੰਤਰ ਸੰਖੇਪ ਰੂਪ ਵਿੱਚ ਪਹਿਲਾਂ ਹੈ ਅਤੇ ਰਾਗਮਾਲਾ ਬਾਅਦ ਵਿੱਚ ਲਿਖਿਆ ਹੈ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਿੱਥੇ ਵੀ ਮੂਲ ਮੰਤਰ ਸੰਪੂਰਨ ਜਾਂ ਸੰਖੇਪ ਰੂਪ ਵਿੱਚ ਪਹਿਲਾਂ ਹੈ ਉਹ ਬਿਲਕੁਲ ਉੱਪਰ ਹੈ, ਉੱਥੇ ਕੋਈ ਸੱਜੇ ਖੱਬੇ ਵਾਲੀ ਵਿਧੀ ਨਹੀਂ ਅਪਣਾਈ ਗਈ ਅਤੇ ਰਾਗ ਦੀ ਜਾਣਕਾਰੀ ਬਿਲਕੁਲ ਉਹਦੇ ਥੱਲੇ ਆ। ਤੇ ਲੇਕਿਨ ਜਿੱਥੇ ਅਸੀਂ ਇਹ ਕਹਿੰਦੇ ਹਾਂ ਕਿ ਰਾਗ ਦੀ ਜਾਣਕਾਰੀ ਪਹਿਲਾਂ ਹੈ ਅਤੇ ਮੂਲ ਮੰਤਰ ਬਾਅਦ ਵਿੱਚ ਹੈ, ਉੱਥੇ ਕਿਤੇ ਵੀ ਇਹ ਨਹੀਂ ਕਿ ਰਾਗ ਦੀ ਜਾਣਕਾਰੀ ਬਿਲਕੁਲ ਉੱਪਰ ਹੋਵੇ ਅਤੇ ਮੂਲ ਮੰਤਰ ਉਹਦੇ ਹੇਠਾਂ ਹੋਵੇ, ਬਲਕਿ ਉੱਥੇ ਥੋੜਾ ਜਿਹਾ ਖੱਬੇ ਪਾਸੇ ਰੱਖਿਆ ਗਿਆ ਰਾਗ ਦੀ ਜਾਣਕਾਰੀ ਨੂੰ, ਮੂਲ ਮੰਤਰ ਨੂੰ ਸੱਜੇ ਪਾਸੇ ਰੱਖਿਆ ਗਿਆ। ਸੋ ਇਸ ਤੋਂ ਇਹ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਮੂਲ ਮੰਤਰ ਜਾਂ ਤਾਂ ਬਿਲਕੁਲ ਉੱਪਰ ਹੈ ਜਾਂ ਬਰਾਬਰ ਹੈ ਤੇ ਜਾਂ ਥੋੜਾ ਜਿਹਾ ਸੱਜੇ ਖੱਬੇ ਆ। ਅਤੇ ਜਿੱਥੇ ਇਸ ਤਰ੍ਹਾਂ ਨਹੀਂ, ਉੱਥੇ ਵੀ ਰਾਗ ਦੀ ਜਾਣਕਾਰੀ ਬਿਲਕੁਲ ਖੱਬੇ ਪਾਸੇ ਰੱਖ ਕੇ ਮੂਲ ਮੰਤਰ ਨੂੰ ਸੱਜੇ ਪਾਸੇ ਰੱਖਿਆ ਗਿਆ ਹੈ। ਲੇਕਿਨ ਮੈਂ ਸਮਝਦਾ ਹਾਂ ਕਿ ਇਸ ਵਿੱਚ ਵੀ ਥੋੜੀ ਜਿਹੀ ਸੁਧਾਈ ਕਰਕੇ ਮੂਲ ਮੰਤਰ ਨੂੰ ਬਿਲਕੁਲ ਉੱਪਰ ਪਹਿਲਾਂ ਕਰ ਦੇਣਾ ਚਾਹੀਦਾ ਹੈ ਅਤੇ ਰਾਗ ਦੀ ਜਾਣਕਾਰੀ ਆਪਣੇ ਆਪ ਉਹਦੇ ਥੱਲੇ ਆ ਜਾਵੇਗੀ। ਤੇ ਇਸ ਵਿੱਚ ਕੋਈ ਹਰਜ ਵਾਲੀ ਗੱਲ ਵੀ ਨਹੀਂ ਹੈ, ਬਲਕਿ ਇਹ ਤਾਂ ਹਰ ਇੱਕ ਸਿੱਖ ਦੀ ਭਾਵਨਾ ਨਾਲ ਵੀ ਜੁੜਿਆ ਹੋਇਆ ਹੈ, ਕਿਉਂਕਿ ਜਦੋਂ ਵੀ ਕੋਈ ਵੀ ਕਾਰਜ ਸ਼ੁਰੂ ਕੀਤਾ ਜਾਂਦਾ ਹੈ
ਤਾਂ ਹਰ ਮਨੁੱਖ ਪਹਿਲਾਂ ਆਪਣੇ ਇਸ਼ਟ ਨੂੰ ਯਾਦ ਕਰਦਾ ਹੈ ਅਤੇ ਬਾਕੀ ਸਾਰਾ ਕੁਝ ਬਾਅਦ ਵਿੱਚ। ਸੋ ਜਦੋਂ ਵੀ ਸਿੱਖ ਕੋਈ ਵੀ ਧਰਮ ਕਰਮ ਕਰਦਾ ਹੈ ਤਾਂ ਪਹਿਲਾਂ ਉਹ ਮੂਲ ਮੰਤਰ ਹੀ ਪੜ੍ਹਦਾ ਹੈ। ਸੋ ਸਮੁੱਚੀ ਵਿਚਾਰ ਕਰਦੇ ਹਾਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਵਿਚਾਰ ਗੋਚਰ ਰੱਖਦੇ ਹੋਏ ਜਿਹੜੀ ਵੀ ਸੰਸਥਾ ਹੈ, ਜ਼ਿੰਮੇਵਾਰ ਸੰਸਥਾ ਹੈ, ਉਸ ਨੂੰ ਅਪੀਲ ਵੀ ਹੈ, ਬੇਨਤੀ ਵੀ ਹੈ ਕਿ ਉਹ ਇਸ ਪਾਸੇ ਧਿਆਨ ਦੇਵੇ। ਸੋ ਸਮੁੱਚੀ ਵਿਚਾਰ ਕਰਦੇ ਹਾਂ, ਸੰਭਵ ਹੈ ਕਿ ਕੋਈ ਭੁੱਲ ਹੋ ਗਈ ਹੋਵੇ, ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਤਨਾ ਚੰਗਾ ਹੋਵੇ ਜੇ ਇਕਸਾਰਤਾ ਹੋਵੇ। ਸ਼ਾਇਦ ਜਿਸ ਵੇਲੇ ਹੱਥ ਲਿਖਤ ਬਿਲਡਾਂ ਤੋਂ ਛਾਪੇ ਦੀ ਬੀੜ ਦਾ ਰੁਝਾਨ ਸ਼ੁਰੂ ਹੋਇਆ, ਉਸ ਵੇਲੇ ਵੀ ਕੁਝ ਗੱਲਾਂ ਇਹੋ ਜਿਹੀਆਂ ਆ ਗਈਆਂ, ਕਿਉਂਕਿ ਜਿਵੇਂ ਵੀਰ ਜੀ ਨੇ ਪੂਰੇ ਡਿਟੇਲ ਸਾਨੂੰ ਦੱਸਿਆ, ਤਾਂ ਕਈ ਕਾਰਨ ਹੋ ਸਕਦੇ ਨੇ, ਪਰ ਫਿਰ ਵੀ ਚੰਗਾ ਤੇ ਇਹ ਹੈ ਕਿ ਜਿਵੇਂ ਵੀਰ ਜੀ ਨੇ ਵੀ ਕਿਹਾ ਕਿ ਜਿਹੜੀ ਸਾਡੀ ਮੁੱਖ ਸੰਸਥਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਜਿਹੜੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਸਕਦੇ ਨੇ, ਤੇ ਉਹੀ ਇਹਨਾਂ ਦਾ ਡਿਸੀਜਨ ਲੈ ਸਕਦੇ ਨੇ। ਤੇ ਇਕਸਾਰਤਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਤੋ ਵੀਰ ਕਿੱਕਰ ਸਿੰਘ ਜੀ, ਆਪ ਜੀ ਦਾ ਧੰਨਵਾਦ ਹੈ। ਬੜੀ ਮਿਹਨਤ ਨਾਲ ਆਪ ਜੀ ਨੇ ਵੱਖ-ਵੱਖ ਸਰੂਪ ਕਿੰਨੀ ਵਾਰੀ ਆਏ, ਕਿੱਥੇ ਆਏ, ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਸਾਨੂੰ ਸਾਰੀ ਦੱਸੀ ਹੈ। ਮੈਂ ਆਸ ਕਰਦਾ ਵੀ ਜਿਹੜਾ ਸਵਾਲ ਹੈ ਉਹਦਾ ਉੱਤਰ ਤਾਂ ਸਾਨੂੰ ਮਿਲ ਗਿਆ। ਫਿਰ ਵੀ ਕਿਸੇ ਕੋਲ ਹੋਰ ਜਾਣਕਾਰੀ ਹੋਵੇ ਤਾਂ ਦੇ ਸਕਦਾ ਜੀ। ਇੱਕ ਵਾਰੀ ਫੇਰ ਵੀਰ ਜੀ ਆਪ ਜੀ ਦਾ ਧੰਨਵਾਦ। ਚੱਲਦੇ ਹਾਂ ਅਗਲੇ ਸਵਾਲ ਵੱਲ। ਅਗਲਾ ਸਵਾਲ ਸੰਗਤ ਜੀ ਮੈਂ ਕਹਿ ਸਕਦਾ ਕਿ ਇਤਿਹਾਸ ਨਾਲ ਸੰਬੰਧ ਰੱਖਦਾ ਹੈ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕੀਤੀ ਹੈ, ਤਾਂ ਉਸ ਨਾਲ ਰਿਲੇਟਡ ਇਹ ਘਟਨਾ ਜਿਹਦੇ ਵਿੱਚ ਨਾਮ ਆਉਂਦਾ ਹੈ ਕੁਮਾ ਮਾਸ਼ਕੀ ਦਾ। ਤੋ ਸਵਾਲਕਰਤਾ ਨੇ ਪੁੱਛਿਆ ਵੀ ਕੁਮਾ ਮਾਸ਼ਕੀ ਬਾਰੇ ਕੁਝ ਜਾਣਕਾਰੀ ਦਿਓ, ਕੌਣ ਸੀ ਔਰ ਕਿਵੇਂ ਗੁਰੂ ਸਾਹਿਬ ਜੀ ਦੇ ਸੰਪਰਕ ਵਿੱਚ ਆਇਆ। ਬੇਨਤੀ ਹੈ ਸਤਿਜਿੰਦਰ ਸਿੰਘ ਜੀ ਨੂੰ ਵੀ ਉਹ ਇਸ ਸਵਾਲ ਬਾਰੇ ਜਿੰਨੀ ਜਾਣਕਾਰੀ ਮਿਲ ਸਕੀ ਹੈ ਉਹ ਸਾਡੇ ਨਾਲ ਸਾਂਝੀ ਕਰਨ। ਸਤਿਜਿੰਦਰ ਸਿੰਘ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਕੁੰਮੇ ਮਾਸ਼ਕੀ ਦੇ ਬਾਰੇ ਗੱਲ ਕੀਤੀ ਹੈ, ਤੋ ਜੋ ਵੀ ਇਨਫੋਰਮੇਸ਼ਨ ਮੈਨੂੰ ਹੁਣ ਤੱਕ ਮਿਲੀ ਹੈ ਮੈਂ ਆਪ ਜੀ ਦੇ ਨਾਲ ਉਸ ਨੂੰ ਸਾਂਝੀ ਕਰਦਾ ਹਾਂ ਜੀ। ਕਿ ਸਿੱਖ ਇਤਿਹਾਸ ਜਿਹੜਾ ਕੁੰਮੇ ਮਾਸ਼ਕੀ ਦੇ ਬਾਰੇ, ਇੱਕ ਮਿੰਟ ਸਾਰਾ ਹਾਂਜੀ, ਪੁਰਾਤਨ ਇਤਿਹਾਸ ਵਿੱਚ ਸਤਲੁਜ ਨੂੰ ਸਤਦਰਵ ਲਿਖਿਆ ਮਿਲਦਾ ਹੈ। ਇਹ ਹਵਾਲਾ ਵੀ ਮਿਲਦਾ ਹੈ ਕਿ ਕੁੰਮੇ ਮਾਸ਼ਕੀ ਦਾ ਪਹਿਲਾਂ ਤੇ ਪੂਰਾ ਨਾਂ ਕਰਮਦੀਨ ਸੀ, ਪਰ ਲੋਕ ਇਸ ਨੂੰ ਪਹਿਲਾਂ ਕਰਮੂ ਤੇ ਫਿਰ ਕੁੰਮਾ ਕਹਿੰਦੇ ਸਨ। ਇਹ ਮੁਗਲ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਜਬਰੀ ਮੁਸਲਮਾਨ ਬਣਾਇਆ ਹਿੰਦੂ ਵਿਅਕਤੀ ਸੀ। ਇਸ ਦਾ ਨਾਮ ਬਦਲ ਕੇ ਕਰੀਮ ਬਖਸ਼ ਰੱਖਿਆ ਗਿਆ ਸੀ। ਇਸ ਉੱਤੇ ਹੋਏ ਜ਼ੁਲਮ ਤੇ ਮਾਤਾ ਗੁਜਰੀ ਜੀ ਦੇ ਉਸ ਕੋਲ ਠਹਿਰਨ ਦੇ ਹੋਰ ਪੁਖਤਾ ਪ੍ਰਮਾਣ ਵੀ ਮਿਲਦੇ ਹਨ, ਜਿਵੇਂ ਕਿ ਇੱਕ ਸ਼ੰਕਾ ਹਿੰਦੂ ਤੈ ਆਹੀ, ਤੁਰਕ ਜੋਰ ਤੈ ਜਨਮ ਵਟਾਈ, ਕੁੰਮੇ ਤੇ ਕੀਮਾ ਤੈ ਕੀਨਾ, ਤਿਸੀ ਕੇ ਗ੍ਰਹਿ ਬਾਸਾ ਲੀਨਾ। ਇਹ ਕ੍ਰਿਤ ਭਾਈ ਦੂਨਾ ਸਿੰਘ ਹੰਡੂਰੀਆ ਨੇ ਪੰਨਾ 22 ਦੇ ਉੱਪਰ ਲਿਖਿਆ ਹੈ। ਇਹ ਕਿਤਾਬ ਹੈ ਚਾਰ ਸਾਹਿਬਜ਼ਾਦੇ ਪਿਆਰਾ ਸਿੰਘ ਪਦਮ ਜੀ। ਇਹ ਜਾਣਕਾਰੀ ਤਾਂ ਬਹੁਤ ਵਿਦਵਾਨਾਂ ਖੋਜੀਆਂ ਨੇ ਮੁਹੱਈਆ ਕਰਾਈ, ਪਰ ਇਹ ਪਤਾ ਨਹੀਂ ਸੀ ਲੱਗਦਾ ਕਿ ਕੁੰਮਾ ਮਾਸ਼ਕੀ ਤੇ ਮਾਈ ਲక్ష్ਮੀ ਜਿਹੜੇ ਹਨ ਇਹ ਕਿੱਥੇ ਸਨ, ਇਹ ਪਿਛੋਕੜ ਇਹਨਾਂ ਦਾ ਕੀ ਸੀਗਾ। ਤੇ ਇਸ ਬਾਰੇ ਜਿਹੜੀ ਖੋਜ ਸੀਗੀ ਉਹ ਹੋਈ, ਔਰ ਇਸ ਦੇ ਬਾਰੇ ਜੋ ਇਨਫੋਰਮੇਸ਼ਨ ਸਾਡੇ ਸਾਹਮਣੇ ਆਉਂਦੀ ਹੈ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ ਹਾਂ। ਕਿ ਸਰਾ ਸੁਰਿੰਦਰ ਸਿੰਘ ਜੀ ਖਾਲਸਾ ਖਜੂਰਲਾ ਕਪੂਰਥਲਾ, ਜਿਨ੍ਹਾਂ ਨੇ ਆਵਾਨ ਕੋਟ ਦੀਆਂ ਪਾਵਨ ਧੂੜਾਂ ਨੂੰ ਪੂਰੇ 14 ਸਾਲ ਦੀ ਕਾਲਨਾ ਉਪਰੰਤ ਛਾਣ ਹੀ ਲਿਆ। ਇਸ ਵਿੱਚੋਂ 2 ਹੀਰਿਆਂ ਬਾਬਾ ਕੁੰਮਾ ਮਾਸ਼ਕੀ ਤੇ ਮਾਈ ਲక్ష్ਮੀ ਦੇ ਸਰਨਾਮੇ ਲੱਭੇ। ਬਿਕਰਮੀ 1761 ਉਹ 6-7 ਮੁਤਾਬਕ 20-21 ਦਸੰਬਰ 1704 ਮੰਗਲ ਬੁੱਧ ਦੀ ਵਿਚਕਾਰਲੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ਿਲ੍ਹਾ ਆਨੰਦਗੜ੍ਹ ਛੱਡਿਆ ਤਾਂ ਸਰਸਾ ਨਦੀ ਦੇ ਕੰਢੇ ਉੱਤੇ ਦੁਸ਼ਮਣ ਨੇ ਵਿਸਾਘਾਤ ਕਰਕੇ ਪਿੱਛੇ ਹਮਲਾ ਕਰ ਦਿੱਤਾ। ਕੁਝ ਮਰਜੀਵੜੇ ਜੰਗ ਵਿੱਚ ਸ਼ਹੀਦ ਹੋ ਗਏ
ਤੇ ਕੁਝ ਹਨੇਰੇ ਤੇ ਸਰਸਾ ਨਦੀ ਵਿੱਚ ਆਏ ਹੜ੍ਹ ਕਾਰਨ ਪਾਣੀ ਦੀ ਭੇਟ ਚੜ ਗਏ। ਬਹੁਤਾ ਸਾਰਾ ਅਣਮੁੱਲਾ ਇਤਿਹਾਸ ਵੀ ਸਰਸਾ ਨੇ ਨਿਗਲ ਲਿਆ, ਜਿਸ ਦਾ ਸਿੱਖ ਇਤਿਹਾਸ ਨੂੰ ਵੱਡਾ ਘਾਟਾ ਪਿਆ। ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਪੁੱਜ ਗਏ। ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਨਾਲ ਮੁਹੱਲਾ ਉੱਚਾ ਖੇੜਾ ਰੋਪੜ ਰੂਪਨਗਰ ਚਲੇ ਗਏ। ਬਿਰਧ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਅਲੱਗ ਦਿਸ਼ਾ ਵੱਲ ਤੁਰ ਪਏ। ਇਸ ਅਸਥਾਨ ਉੱਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਭਾਇਮਾਨ ਹੈ। ਜ਼ਿਕਰਯੋਗ ਹੈ ਕਿ ਮਾਤਾ ਜੀ ਨੇ ਸਦਾ ਹੀ ਮੁਸੀਬਤਾਂ ਦਾ ਸਾਹਮਣਾ ਸਬਰ ਅਤੇ ਨਿਡਰਤਾ ਨਾਲ ਕੀਤਾ। ਦੋਵੇਂ ਮਾਸੂਮ ਬਾਲਾਂ ਨੂੰ ਉਂਗਲ ਫੜਾ ਠੰਡੀ ਯਮ ਰਾਤ ਦੇ ਯਖ ਰਾਤ ਦੇ ਘੁੱਪ ਹਨੇਰੇ ਵਿੱਚ ਚੱਲ ਝਾੜੀਆਂ ਵਿੱਚੋਂ ਗੁਜ਼ਰਦੇ ਉਹ ਸਤਲੁਜ ਦਰਿਆ ਦੇ ਤੇ ਸਰਸਾ ਨਦੀ ਦੇ ਸਾਂਝੇ ਪੱਤਨ ਉੱਤੇ ਪਹੁੰਚ ਗਏ। ਇਹ ਸਫ਼ਰ ਨਿੱਕੇ ਨਿੱਕੇ ਬਾਲਾਂ ਨੂੰ ਨਾਲ ਲੈ ਕੇ ਮਾਤਾ ਜੀ ਨੇ ਕਿਵੇਂ ਤੈਅ ਕੀਤਾ ਹੋਵੇਗਾ, ਸੋਚ ਕੇ ਰੂਹ ਕੰਬਦੀ ਹੈ। ਉੱਥੇ ਕੁੰਮਾ ਮਾਸਕੀ ਨਾਂ ਦੇ ਵਿਅਕਤੀ ਦੀ ਕੱਖ ਕੰਨਿਆ ਦੀ ਛੰਨ ਸੀ। 3 ਰੱਬੀ ਰੂਹਾਂ ਉਸ ਥਾਂ ਜਾ ਰੁਕੀਆਂ। ਕੁੰਮਾ ਮਾਸਕੀ ਸਤਲੁਜ ਦਰਿਆ ਵਿੱਚ ਬੇੜੀ ਚਲਾ ਕੇ ਗੁਜ਼ਾਰਾ ਕਰਦਾ ਸੀ। ਰਾਤੀ ਉਹ ਉਥੋਂ ਹੀ ਰੁੱਖੀ ਸੁੱਕੀ ਖਾ ਕੇ ਰੱਬ ਦਾ ਸ਼ੁਕਰਾਨਾ ਕਰਦਾ ਤੇ ਸੌ ਜਾਂਦਾ ਸੀ। ਉਹ ਮੁਸਾਫਰਾਂ ਕੋਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਸੁਣਦਾ ਕਿ ਉਹ ਗਰੀਬ ਗੁਰਬੇ ਦੇ ਹਮਦਰਦ ਤੇ ਰੱਖਿਅਕ ਹਨ। ਮਾਨੀ ਮਨ ਕੁੰਮਾ ਉਹਨਾਂ ਦਾ ਮੁਰੀਦ ਹੋ ਗਿਆ ਸੀ। ਜਦੋਂ ਉਸਨੇ ਆਪਣੀ ਕੁੱਲੀ ਅੱਗੇ ਖੜੇ 3 ਰੱਬੀ ਨੂਰ ਦੇਖੇ ਤੇ ਉਹ ਸਮਝ ਗਿਆ ਕਿ ਇਹ ਕੌਣ ਹਨ। ਉਸਨੇ ਬਹੁਤ ਆਦਰ ਪ੍ਰੇਮ ਸਹਿਤ ਉਹਨਾਂ ਨੂੰ ਛੰਨ ਅੰਦਰ ਆਉਣ ਲਈ ਬੇਨਤੀ ਕੀਤੀ। ਕੁੰਮੇ ਨੇ ਮਾਤਾ ਜੀ ਅਤੇ ਗੁਰੂ ਲਾਲਾ ਨੂੰ ਘਾਹ ਫੂਸ ਦੇ ਬਿਸਤਰੇ ਉੱਤੇ ਬਿਠਾਇਆ ਤੇ ਜੋ ਵੀ ਮੋਟਾ ਤਾਂ ਭਾਰਾ ਕੱਪੜਾ ਸੀ ਉਹਨਾਂ ਨੂੰ ਠੰਡ ਤੋਂ ਬਚਣ ਲਈ ਦਿੱਤਾ। ਮਖਮਲੀ ਸੇਜਾਂ ਉੱਤੇ ਸੌਣ ਵਾਲੇ ਰਜਾ ਵਿੱਚ ਰਾਜੀ ਰਹੇ। ਉਹ ਸਾਹਰ ਕਰਨ ਦਾ ਫੈਸਲਾ ਉੱਥੇ ਹੀ ਕੀਤਾ ਮਾਤਾ ਜੀ ਨੇ ਔਰ ਸਾਹਿਬਜ਼ਾਦਿਆਂ ਨੇ। ਕੁੰਮਾ ਮਾਸਕੀ ਨਾਲ ਦੇ ਪਿੰਡ ਉਹਨਾਂ ਲਈ ਭੋਜਨ ਲੈਣ ਚਲਾ ਗਿਆ। ਪਿੰਡ ਵਿੱਚ ਲక్ష్ਮੀ ਨਾਂ ਦੀ ਇੱਕ ਵਿਧਵਾ ਬ੍ਰਾਹਮਣੀ ਔਰਤ ਨਿਕਲੀ, ਇਕੱਲੀ ਰਹਿੰਦੀ ਸੀ, ਜੋ ਬਹੁਤ ਸ਼ਰਧਾਲੂ ਤੇ ਨੇਕ ਦਿਲ ਸੀ। ਉਹ ਕਿਸੇ ਵੀ ਲੋੜਵੰਦ ਨੂੰ ਰੋਟੀ ਪਾਣੀ ਛਕਾ ਕੇ ਪ੍ਰਸੰਨ ਹੁੰਦੀ ਤੇ ਭਜਨ ਬੰਦਗੀ ਕਰਦੀ ਰਹਿੰਦੀ ਸੀ। ਕੁੰਮੇ ਨੇ ਉਸ ਨੂੰ ਸਾਰੀ ਵਾਰਤਾ ਦੱਸੀ। ਮਾਈ ਲక్ష్ਮੀ ਨੇ ਉਸ ਨੂੰ ਭੋਜਨ ਦੇ ਨਾਲ ਕੋਈ ਗਰਮ ਕੱਪੜੇ ਵੀ ਦਿੱਤੇ। ਉਸਨੇ ਇਹ ਕਿਹਾ ਕਿ ਸਵੇਰੇ ਮੈਂ ਉਹਨਾਂ ਮਹਾਨ ਜਿਉੜਿਆਂ ਦੇ ਦਰਸ਼ਨ ਕਰਨ ਆਵਾਂਗੀ ਤੇ ਭੋਜਨ ਵੀ ਲਿਆਵਾਂਗੀ। ਕੁੰਮੇ ਨੇ ਤਿੰਨਾਂ ਨੂੰ ਭੋਜਨ ਛਕਾਇਆ। ਇਤਿਹਾਸ ਦੱਸਦਾ ਹੈ ਕਿ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਵੀ ਮਾਤਾ ਜੀ ਨੂੰ ਲੱਭਦਾ ਉੱਥੇ ਆ ਪੁੱਜਾ। ਉਸਦੇ ਮਨ ਵਿੱਚ ਲਾਲਚ ਤੇ ਖੋਟ ਸੀ। ਘਰ ਦਾ ਪੁਰਾਣਾ ਨੌਕਰ ਤੇ ਭੇਤੀ ਹੋਣ ਕਾਰਨ ਉਸਨੂੰ ਪਤਾ ਸੀ ਕਿ ਮਾਤਾ ਜੀ ਕੋਲ ਜੋ ਖੁਰਜੀ ਹੈ ਉਸ ਵਿੱਚ ਧਨ ਤੇ ਜੇਵਰਾਤ ਹਨ। ਮਾਤਾ ਗੁਜਰੀ ਜੀ ਨੂੰ ਉਸਨੇ ਇਹ ਜਤਾਇਆ ਕਿ ਮੈਂ ਤੁਹਾਡੀ ਫਿਕਰ ਕਰਦਾ ਲੱਭਦਾ ਇੱਥੇ ਆਇਆ ਹਾਂ। ਉਸਨੇ ਇਹ ਵੀ ਕਿਹਾ ਕਿ ਦੁਸ਼ਮਣ ਦੀਆਂ ਫੌਜਾਂ ਗੁਰੂ ਸਾਹਿਬ ਤੇ ਪਰਿਵਾਰ ਨੂੰ ਲੱਭਦੀਆਂ ਫਿਰਦੀਆਂ ਹਨ, ਤਾਂ ਮੈਂ ਤੁਹਾਨੂੰ ਹਟਵੇਂ ਲੁਕਵੇਂ ਰਾਹਾਂ ਤੋਂ ਆਪਣੇ ਪਿੰਡ ਲੈ ਜਾਵਾਂਗਾ। ਉੱਥੇ ਤੁਸੀਂ ਸੁਰੱਖਿਅਤ ਰਹੋਗੇ। ਸਵੇਰੇ ਹੋਈ ਤਾਂ ਮਾਈ ਲక్ష్ਮੀ ਸਾਰਿਆਂ ਲਈ ਭੋਜਨ ਲੈ ਆਈ। ਮਾਤਾ ਗੁਜਰ ਕੌਰ ਜੀ ਨੇ ਔਰ ਕੁੰਮੇ ਮਾਸ਼ਕੀ ਨੇ ਮਾਤਾ ਲక్ష్ਮੀ ਜੀ ਨੂੰ ਧਨ ਜੇਵਰ ਤੇ ਸੋਨੇ ਦੀਆਂ ਮੋਹਰਾਂ ਦੇ ਕੇ ਨਿਵਾਜਿਆ। ਕੁੰਮਾ ਮਾਸ਼ਕੀ ਉਹਨਾਂ ਨੂੰ ਆਪਣੀ ਬੇੜੀ ਵਿੱਚ ਸਤਲੁਜ ਦਰਿਆ ਪਾਰ ਕਰਾ ਕੇ ਇੱਕ ਪਿਲਕਣ ਦੇ ਦਰਖਤ ਕੋਲ ਉਤਾਰ ਆਇਆ। ਉਸ ਦਰਖਤ ਨਾਲ ਪੁਰਾਣੇ ਮਲਾਹ ਆਪਣੀਆਂ ਬੇੜੀਆਂ ਬੰਨ੍ਹਦੇ ਸਨ, ਜੋ ਅੱਜ ਵੀ ਮੌਜੂਦ ਹੈ। ਇੱਥੇ ਹੀ ਬੇਈਮਾਨ ਕੰਗੂ ਮਾਤਾ ਜੀ ਦੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ ਤੇ ਉਸਦੇ ਲੂਣ ਹਰਾਮੀ ਹੋਣ ਦੀ ਪੁਸ਼ਟੀ ਇਤਿਹਾਸ ਤਿੰਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨਾਲ ਕਰਦਾ ਹੈ। ਇਤਿਹਾਸ ਵਿੱਚ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਮਾਤਾ ਗੁਜਰੀ ਜੀ ਅਤੇ ਜਿਹੜੇ ਸਾਹਿਬਜ਼ਾਦੇ ਸਨ, ਇਹਨਾਂ ਨੇ ਬੜੀ ਦਲੇਰੀ ਦੇ ਨਾਲ ਇਹ ਸਾਰੀ ਜਿਹੜੀ ਘਟਨਾ ਹੈ ਇਸ ਦਾ ਜਿਹੜਾ ਹੈ ਉਹ ਮੁਕਾਬਲਾ ਕੀਤਾ ਹੈ। ਤੋ ਇੰਨੀ ਕੁ ਜਾਣਕਾਰੀ ਪ੍ਰਾਪਤ ਹੋਈ ਹੈ। ਤੋ ਇਹ ਜਾਣਕਾਰੀ ਜੋ ਹੈ ਇਹ ਸਰ ਸੁਰਿੰਦਰ ਸਿੰਘ ਜੀ ਖਾਲਸਾ ਜਿਹੜੇ ਹਨ, ਉਹਨਾਂ ਨੇ ਇਸ ਕਿਤਾਬ ਨੂੰ ਇੱਕ ਕਿਤਾਬ ਲਿਖੀ ਹੈ ਜਿਹਦੇ ਪੰਨਾ 280 ਦੇ ਉੱਪਰ ਇਹ ਸਾਰੀ ਵਾਰਤਾ ਜੋ ਆਪ ਜੀ ਨਾਲ ਮੈਂ ਸਾਂਝੀ ਕੀਤੀ ਹੈ ਉਹ ਉੱਥੇ ਲਿਖੀ ਹੋਈ ਹੈ। ਤੋ ਹੋਰ ਵੀ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਕਰ ਸਕਦਾ ਹੈ। ਤੋ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗਦਾ ਹਾਂ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਧੰਨਵਾਦ ਆ ਵੀਰ ਤੇਜਿੰਦਰ ਸਿੰਘ ਜੀ ਆਪ ਜੀ ਦਾ। ਵੀਰ ਰਾਜਾ ਸਿੰਘ ਜੀ ਦੇ ਨੈਟਵਰਕ ਦੀ ਕੋਈ ਪ੍ਰੋਬਲਮ ਆਈ ਹੈ, ਉਹਨਾਂ ਨੂੰ ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ, ਇਸ ਵਾਸਤੇ ਮੈਂ ਕਰ ਰਿਹਾ ਵੀ ਰਾਜਾ ਸਿੰਘ ਜੀ ਸ਼ਾਮਲ ਹੋਏ ਨੇ ਦੁਬਾਰਾ। ਤੇ ਅਗਲਾ ਕਿਰਪਾ ਕਰੋ ਜੀ ਵੀਰ ਰਾਜਾ ਸਿੰਘ ਜੀ, ਅਗਲਾ ਸਵਾਲ ਜਿਹੜਾ ਹੈ ਉਹ ਆਪ ਲਓ। ਤੇ ਵੀਰ ਤੇਜਿੰਦਰ ਸਿੰਘ ਜੀ ਨੇ ਜੋ ਕੁੰਮੇ ਮਾਸ਼ਕੀ ਬਾਰੇ ਜਾਣਕਾਰੀ ਦਿੱਤੀ ਹੈ, ਉਹਨਾਂ ਆਪ ਜੀ ਦਾ ਧੰਨਵਾਦ ਕਰਦੇ ਹੋਏ ਵੀਰ ਰਾਜਾ ਸਿੰਘ ਨੂੰ ਬੇਨਤੀ ਕਰ ਰਿਹਾ ਹਾਂ। ਹਾਂਜੀ, ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਸੌਰੀ, ਕੁਝ ਡਿਸਟਰਬੈਂਸ ਆ ਰਹੀ ਹੈ ਜੀ। ਤੇ ਮੈਂ ਬੇਨਤੀ ਕਰਾਂਗੀ ਸਰ ਜਗੀਰ ਸਿੰਘ ਜੀ ਨੂੰ ਕਿ ਸਾਡੇ ਕੋਲ ਸਵਾਲ ਆਇਆ ਵੀ ਸਿਹਾਰੀ ਤੇ ਬਿਹਾਰੀ ਦੀ ਵਰਤੋਂ ਕਿਵੇਂ ਕਰਨੀ ਹੈ, ਔਰ ਨਾਲ ਉਹਨਾਂ ਨੇ ਫੋਰ ਐਗਜ਼ਾਮਪਲ ਦਿੱਤਾ ਹੈ ਕਿ ਪੜ੍ਹਿਆ ਜਾਂਦਾ ਤੇਗ ਬਹਾਦਰ ਸਿਮਰਿਆ ਕਿ ਸਿਮਰਿਆ। तो मैं बेनती कर सर जगीर सिंह जी ਨੂੰ ਵੀ ਸਿਹਾਰੀ ਬਿਹਾਰੀ ਬਾਰੇ ਇਹ ਜਾਣਕਾਰੀ ਸਾਨੂੰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵੀਰ ਜੀ ਨੇ ਸਵਾਲ ਪਾਇਆ ਜੀ, ਬਿਹਾਰੀ ਤੇ ਸਿਹਾਰੀ ਬੋਲਣ ਦਾ ਕਈ ਵਾਰੀ ਖਿਆਲ ਨਹੀਂ ਰੱਖਿਆ ਜਾਂਦਾ। ਜਿਵੇਂ ਤੇਗ ਬਹਾਦਰ ਸਿਮਰਿਆ ਹੈ ਜੀ, ਵੀਰ ਜੀ ਆਪ ਜੀ ਦਾ ਕਿਹਾ ਬਿਲਕੁਲ ਠੀਕ ਹੈ। ਕਈ ਵਾਰੀ ਅਸੀਂ ਸਿਹਾਰੀ ਦੀ ਥਾਂ ਬਿਹਾਰੀ ਹੀ ਬੋਲ ਜਾਂਦੇ ਹਾਂ। ਜਿਵੇਂ ਸਿਮਰੈ ਨੂੰ ਸਿਮਰਿਆ ਜੀ, ਸੁਣਿਆ ਨੂੰ ਸੁਣੀਆ। ਸੁਣਿਆ ਤੇ ਸੁਣੀਆ ਦੇ ਉਚਾਰਨ ਵਿੱਚ ਬਹੁਤ ਫਰਕ ਹੈ, ਅਰਥਾਂ ਵਿੱਚ ਵੀ ਬਹੁਤ ਫਰਕ ਹੈ। ਸੁਣਿਆ ਦਾ ਅਰਥ ਹੈ ਸੁਣਨ ਨਾਲ, ਸੁਣਿਆ ਦਾ ਅਰਥ ਹੈ ਸੁਣਨਾ ਚਾਹੀਦਾ ਹੈ। ਇਸ ਤਰ੍ਹਾਂ ਹੋਰ ਵੀ ਬਹੁਤ ਸ਼ਬਦ ਹਨ, ਜਿਵੇਂ ਮੰਨਿਆ, ਬੋਲਿਆ, ਸੇਵਿਆ। ਅਸੀਂ ਅਣਗਹਿਲੀ ਨਾਲ ਮੰਨੀਐ, ਬੋਲੀਐ, ਸੇਵੀਐ ਪੜ੍ਹ ਜਾਂਦੇ ਹਾਂ, ਮਤਲਬ ਸਿਹਾਰੀ ਦੀ ਥਾਂ ਤੇ ਬਿਹਾਰੀ ਪੜ੍ਹ ਜਾਂਦੇ ਹਾਂ। ਇਹ ਵੱਡੀ ਗਲਤੀ ਹੈ। ਸਾਨੂੰ ਬਿਹਾਰੀ ਨੂੰ ਬਿਹਾਰੀ ਹੀ ਅਤੇ ਸਿਹਾਰੀ ਨੂੰ ਸਿਹਾਰੀ ਹੀ ਪੜ੍ਹਨਾ ਚਾਹੀਦਾ ਹੈ। ਕੱਲੀ ਬਿਹਾਰੀ ਸਿਹਾਰੀ ਦੀ ਗੱਲ ਨਹੀਂ, ਗੁਰਬਾਣੀ ਵਿੱਚ ਸਾਨੂੰ ਹਰ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵੀਰ ਜੀ ਹਾਂਜੀ ਸ਼ਬਦਾਂ ਨੂੰ ਕੰਨਾਂ ਲੱਗਿਆ ਹੁੰਦਾ, ਅਸੀਂ ਕੰਨਾਂ ਪੜ੍ਹਦੇ ਹੀ ਨਹੀਂ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜੀ, ਮਾਮੂਲੀ ਗੱਲਾਂ ਨੇ। ਜਿਵੇਂ ਆਕਾਰ, ਸਾਲਾ, ਪਾਤਾਲ, ਆਗਾਸ, ਗਾਬਾਰ, ਆਦੇਸ਼ ਨੂੰ ਅਸੀਂ ਆਕਾਰ, ਸਲਾਹ, ਪਤਾਲ, ਅਗਾਸ, ਗਵਾਰ, ਆਦੇਸ਼ ਹੀ ਪੜ੍ਹ ਜਾਂਦੇ ਹਾਂ। ਕੰਨਾਂ ਲੱਗਿਆ ਹੋਇਆ, ਕੰਨਾਂ ਅਸੀਂ ਸੜ ਜਾਂਦੇ ਹਾਂ। ਇੱਦਾਂ ਸਾਨੂੰ ਨਹੀਂ ਕਰਨਾ ਚਾਹੀਦਾ ਜੀ। ਕਈ ਵਾਰੀ ਕਈ ਵੀਰ ਦੁਲਾਵਾਂ ਨੂੰ ਲਾਵਾਂ ਹੀ ਪੜ੍ਹ ਜਾਂਦੇ ਨੇ ਜੀ। ਜਿਵੇਂ ਕਿਸੇ ਨੂੰ ਕਿਸੇ, ਸੋਚੈ ਨੂੰ ਸੋਚੇ, ਚੁੱਪੈ ਨੂੰ ਚੁੱਪੇ, ਕੂੜੈ ਨੂੰ ਕੂੜੇ, ਹੁਕਮੈ ਨੂੰ ਹੁਕਮੇ ਜੀ, ਬੁੱਝੈ ਨੂੰ ਬੁੱਝੈ ਹੀ ਪੜ੍ਹ ਜਾਂਦੇ ਹਨ। ਸਾਨੂੰ ਦੁਲਾਵਾਂ ਨੂੰ ਦੁਲਾਵਾਂ ਹੀ ਪੜ੍ਹਨਾ ਚਾਹੀਦਾ ਹੈ। ਇਹ ਸਾਨੂੰ ਗਲਤੀ ਨਹੀਂ ਕਰਨੀ ਚਾਹੀਦੀ। ਕਈ ਵਾਰੀ ਅਸੀਂ ਸ਼ਬਦ ਨੂੰ ਲੱਗੀ ਬਿਹਾਰੀ ਨੂੰ ਸਿਹਾਰੀ ਪੜ੍ਹ ਜਾਂਦੇ ਹਾਂ। ਪਹਿਲਾਂ ਤਾਂ ਸਿਹਾਰੀ ਨੂੰ ਬਿਹਾਰੀ ਪੜ੍ਹ ਦਿੰਦੇ ਹਾਂ, ਫਿਰ ਜੇ ਹੁਣ ਬਿਹਾਰੀ ਹੋਵੇ ਉਹਨੂੰ ਸਿਹਾਰੀ ਪੜ੍ਹ ਜਾਂਦੇ ਹਾਂ। ਜਿਸ ਤਰ੍ਹਾਂ ਵਿਚਾਰ ਨੂੰ ਵਿਚਾਰ, ਦਰਿਆਓ ਨੂੰ ਦਰਿਆਓ, ਵਿਸਰੈ ਨੂੰ ਵਿਸਰੈ, ਦੀਵਾਨ ਨੂੰ ਦੀਵਾਨ, ਵਿਚਾਰੇ ਨੂੰ ਵਿਚਾਰੇ ਪੜ੍ਹ ਜਾਂਦੇ ਹਾਂ। ਲੱਗੀ ਹੋਈ ਬਿਹਾਰੀ ਹੈ, ਅਸੀਂ ਸਿਹਾਰੀ ਪੜ੍ਹ ਜਾਂਦੇ ਹਾਂ ਜੀ। ਅੱਗੇ ਹੈ ਜੀ, ਕਈ ਵਾਰੀ ਅਸੀਂ ਪਹਿਲੇ ਜਾਂ ਦੂਜੇ ਅੱਖਰ ਨੂੰ ਲੱਗੀ ਸਿਹਾਰੀ ਪੜ੍ਹਦੇ ਹੀ ਨਹੀਂ, ਬਿਲਕੁਲ ਹੀ ਛੱਡ ਦਿੰਦੇ ਹਾਂ। ਜਿਵੇਂ ਅਨਿਕ ਨੂੰ ਅਣਕ ਪੜ੍ਹ ਦਿੰਦੇ ਹਾਂ। ਇੱਥੇ ਨੰਨੇ ਨੂੰ ਸਿਹਾਰੀ ਆ, ਅਣਕ ਨੂੰ ਅਣਕ ਪੜ੍ਹ ਜਾਂਦੇ ਹਾਂ। ਮਾਨਿਕ ਨੂੰ ਮਾਨਕ, ਮਾਨਕ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ, ਉਹ ਸਿਹਾਰੀ ਅਸੀਂ ਛੱਡ ਦਿੰਦੇ ਹਾਂ, ਅਸੀਂ ਮਾਨਕ ਪੜ੍ਹ ਜਾਂਦੇ ਹਾਂ। ਪੰਡਿਤ, ਇਸੇ ਪੰਡਡੇ ਨੂੰ ਸਿਹਾਰੀ ਲੱਗੀ ਹੋਈ ਹੈ, ਅਸੀਂ ਪੰਡਿਤ ਬੋਲ ਜਾਂਦੇ ਹਾਂ। ਜਿਵੇਂ ਲੋਭਤ, ਇਸ ਤਰ੍ਹਾਂ ਲੋਭਤ ਬੋਲ ਜਾਂਦੇ ਹਾਂ। ਇਹ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੇ ਸਿਹਾਰੀ ਸਾਨੂੰ ਪੜ੍ਹਨੀ ਚਾਹੀਦੀ ਹੈ। ਇਹਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਕਈ ਵਾਰੀ ਆਮ ਤੌਰ ਤੇ ਸ਼ਬਦ ਦੇ ਅੰਤਲੇ ਅੱਖਰ ਨੂੰ ਜਿਹੜੀ ਸਿਹਾਰੀ ਲੱਗੀ ਜਾਂਦੀ ਹੈ, ਉਹ ਪੜ੍ਹੀ ਨਹੀਂ ਜਾਂਦੀ। ਇਹਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ। ਅਗਲਾ ਪੁਆਇੰਟ ਹੈ ਜੀ, ਕਈ ਸੱਜਣ ਸ਼ਬਦ ਦੇ ਪਹਿਲੇ ਅੱਖਰ ਨੂੰ ਜਾਂ ਦੂਜੇ ਅੱਖਰ ਨੂੰ ਲੱਗਿਆ ਔਂਕੜ ਨਹੀਂ ਪੜ੍ਹਦੇ। ਪਹਿਲੇ ਅੱਖਰ ਨੂੰ ਜਾਂ ਦੂਜੇ ਅੱਖਰ ਨੂੰ, ਲਾਸਟ ਅੱਖਰ ਦੀ ਮੈਂ ਗੱਲ ਕਰ ਰਿਹਾ, ਬਾਕੀ ਕੋਈ ਵੀ ਅੱਖਰ ਹੋਵੇ ਉਹਨੂੰ ਔਂਕੜ ਲੱਗਿਆ ਹੁੰਦਾ, ਉਹ ਨਹੀਂ ਪੜ੍ਹਦੇ ਹੈਗੇ। ਜਿਵੇਂ ਠਾਕੁਰ ਨੂੰ ਠਾਕਰ, ਅਸੁਰ ਨੂੰ ਅਸਰ, ਪਸਤਾਏ ਨੂੰ ਪਸਤਾਏ ਜੀ, ਤੇ ਲਟਰੀ ਨੂੰ ਲਟਰੀ, ਆਪਣੇ ਨੂੰ ਆਪਣੇ,
ਚਤਰ ਨੂੰ ਚਤਰ ਜੀ ਹੀ ਪੜ ਜਾਂਦੇ ਹਨ। ਹਾਂ, ਆਮ ਤੌਰ ਤੇ ਸ਼ਬਦ ਦੇ ਅੰਤਲੇ ਅੱਖਰ ਨੂੰ ਲੱਗਿਆ ਹੋਇਆ ਔਂਕੜ ਨਹੀਂ ਪੜਿਆ ਜਾਂਦਾ। ਇਸ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਕਈ ਮੇਰੇ ਵਰਗੇ ਵੀਰ, ਮੇਰੇ ਵਰਗੇ ਕਹਿ ਰਹੇ ਜੀ, ਮੈਂ ਤੁਹਾਨੂੰ ਸੱਚ ਕਹਿ ਰਿਹਾ ਹੈ ਜੀ, ਤੇ ਅੱਖਰਾਂ ਦੇ ਉਚਾਰਨ ਵੀ ਗਲਤ ਕਰ ਜਾਂਦੇ ਨੇ। ਜਿਵੇਂ ਵਾਵਾ ਤੇ ਬੱਬਾ ਹੈ ਜੀ, ਤੇ ਨੰਨਾ ਤੇ ਨਾਣਾ, ਸੱਸਾ ਛੱਛਾ ਤੇ ਸੱਸਾ, ngੰਗਾ ਤੇ ñਈਆਂ ਦਾ ਉਚਾਰਨ ਠੀਕ ਤਰ੍ਹਾਂ ਨਹੀਂ ਕਰ ਸਕਦੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਭੁੱਲਣਹਾਰ ਜੀਵ ਹਾਂ, ਪਰਮਾਤਮਾ ਬਖਸ਼ਣਹਾਰ ਹੈ। ਸਾਨੂੰ ਰੋਜ਼ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਅਤੇ ਵਿਚਾਰਨੀ ਚਾਹੀਦੀ ਹੈ ਤੇ ਇਹਦੇ ਉੱਪਰ ਅਮਲ ਕਰਨਾ ਚਾਹੀਦਾ ਹੈ, ਅਰਦਾਸ ਵੀ ਕਰਨੀ ਚਾਹੀਦੀ ਹੈ। ਅਗਲਾ ਪੁਆਇੰਟ ਹੈ ਜੀ, ਗੁਰਬਾਣੀ ਦੇ ਅਰਥਾਂ ਤੋਂ ਅਣਜਾਣ ਵੀਰ ਹੈ ਜੀ ਵਿਸਰਾਮ ਲਾਉਣ ਲੱਗੇ ਗਲਤੀ ਕਰ ਜਾਂਦੇ ਨੇ। ਇਸ ਨਾਲ ਗੁਰਬਾਣੀ ਦੇ ਅਰਥ ਹੀ ਬਦਲ ਜਾਂਦੇ ਹਨ, ਪਾਠ ਵੀ ਗਲਤ ਹੋ ਜਾਂਦਾ ਹੈ। ਸ਼ੁੱਧ ਵਿਸਰਾਮ ਤਾਂ ਹੀ ਠੀਕ ਲੱਗ ਸਕਦਾ ਹੈ ਜੇਕਰ ਸਾਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਹੋਵੇ। ਇਸ ਲਈ ਸਾਨੂੰ ਗੁਰਬਾਣੀ ਦਾ ਪਾਠ ਅਰਥ ਸਮਝ ਕੇ ਹੀ ਕਰਨਾ ਚਾਹੀਦਾ ਹੈ। ਅਗਲਾ ਪੁਆਇੰਟ ਹੈ ਜੀ, ਸ਼ਬਦ ਜੋੜ ਠੀਕ ਅਤੇ ਸ਼ੁੱਧ ਹੋਣੇ ਚਾਹੀਦੇ ਹਨ। ਇਹ ਸਾਨੂੰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਅਸੀਂ ਪਾਠ ਕਰਨਾ। ਕੱਲੀ ਸਿਆਰੀ ਬਿਆਰੀ ਦੀ ਗੱਲ ਨਹੀਂ, ਸਾਰੀਆਂ ਮਾਤਰਾ ਦੀ ਗੱਲ ਹੈ। ਜਿਵੇਂ ਅਗਣਤ ਨੂੰ ਅਸੀਂ ਅਗਨਤ ਪੜ੍ਹ ਜਾਂਦੇ ਹਾਂ ਜੀ, ਅਪਰਸ ਨੂੰ ਅਪਰਸ ਪੜ੍ਹ ਜਾਂਦੇ ਹਾਂ, ਅਲਿਪਤ ਨੂੰ ਅਲਪਤ ਪੜ੍ਹ ਜਾਂਦੇ ਹਾਂ, ਕਲਪਤਰ ਨੂੰ ਕਲਪੱਤਰ ਪੜ੍ਹ ਜਾਂਦੇ ਹਾਂ ਜੀ। ਇਹ ਗਲਤ ਹੈ। ਇਸ ਤਰ੍ਹਾਂ ਪੜ੍ਹਨ ਦੇ ਨਾਲ ਗੁਰਬਾਣੀ ਦੇ ਅਰਥ ਠੀਕ ਨਹੀਂ ਨਿਕਲਦੇ ਜੀ। ਸੋ ਸਾਨੂੰ ਸਭ ਨੂੰ ਘੱਟੋ ਘੱਟ ਜਿੰਨੇ ਵੀ ਵੀਰ ਕਲਾਸ ਸੁਣ ਰਹੇ ਹਨ, 2 ਸਾਲਾ ਸਿੱਖ ਮਿਸ਼ਨਰੀ ਪੱਤਰ ਵਿਹਾਰ ਕੋਰਸ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸਾਨੂੰ ਗੁਰਬਾਣੀ ਬਾਰੇ, ਗੁਰ ਇਤਿਹਾਸ ਬਾਰੇ, ਸਿੱਖ ਇਤਿਹਾਸ ਬਾਰੇ, ਸਿੱਖ ਫਿਲਾਸਫੀ ਬਾਰੇ, ਦੂਜੇ ਧਰਮਾਂ ਬਾਰੇ, ਗੁਰਮਤਿ ਤੇ ਰਹਿਤ ਮਰਿਆਦਾ ਬਾਰੇ ਲਗਭਗ ਸੰਪੂਰਨ ਜਾਣਕਾਰੀ ਹੋ ਸਕਦੀ ਹੈ ਜੀ। ਤੇ ਇਤਨੀ ਮੇਰੀ ਬੇਨਤੀ ਪ੍ਰਵਾਨ ਕਰਨਾ ਜੀ, ਭੁੱਲ ਚੁੱਕ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜਗੀਰ ਸਿੰਘ ਜੀ। ਬੜੀ ਹੀ ਮਿਹਨਤ ਦੇ ਨਾਲ ਖਿਮਾ ਕਰ ਜੀ ਵੀਰ ਜੀ ਦੀ ਇਹ ਜਗੀਰ ਸਿੰਘ ਦੀ ਮੁਹਾਰਤ ਹੈ ਤੇ ਸਾਨੂੰ ਇਹਦਾ ਗਾਇਬ ਗਾਏ ਜਿਹੜੇ ਸਵਾਲ ਆਉਂਦੇ ਨੇ ਇਹਨਾਂ ਕੋਲ ਅਸੀਂ ਪੁੱਛਦੇ ਹਾਂ, ਅਗਵਾਈ ਲੈਂਦੇ ਹਾਂ। ਧੰਨਵਾਦ ਹੈ ਇਹਨਾਂ ਦਾ। ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਸਮਝਣ ਦਾ ਵਿਸ਼ਾ ਹੈ, ਕਿਉਂਕਿ ਸਮਝਾਂਗੇ ਤੇ ਫੇਰ ਹੀ ਉਹਦੇ ਉੱਪਰ ਚੱਲਾਂਗੇ, ਅਗਲਾ ਕੰਮ ਤਾਂ ਹੀ ਹੋਏਗਾ। ਤੋ ਸਮਝਣ ਲਈ 2 ਗੱਲਾਂ ਬੜੀਆਂ ਜ਼ਰੂਰੀ ਨੇ। ਪਹਿਲੀ ਹੈ ਪ੍ਰੋਨਾਂਸੀਏਸ਼ਨ ਐਂਡ ਪੰਕਚੁਏਸ਼ਨ, ਤੇ ਦੂਜੀ ਹੈ ਇਹ ਜਿਹੜੀਆਂ ਲਗਾ ਮਾਤਰਾ ਜਿਹੜੀਆਂ ਨੇ ਇਹ ਕਿੱਥੇ ਲੱਗਣੀ, ਇਹ ਕਿੱਥੇ ਬੋਲਣੀਆਂ ਨੇ, ਕਿਸ ਤਰ੍ਹਾਂ ਬੋਲਣੀਆਂ। ਇਹ ਬੜਾ ਲੰਬਾ ਵਿਸ਼ਾ ਤੇ ਅੱਜ ਦੇ ਸਵਾਲ ਦੇ ਮੁਤਾਬਕ ਵੀਰ ਜੀ ਨੇ ਸਾਨੂੰ ਦੱਸਿਆ। ਉੱਦਾਂ ਪਹਿਲੇ 1 ਤੋਂ ਜ਼ਿਆਦਾ ਵਾਰੀ ਇਹਨਾਂ ਨੇ ਸਾਨੂੰ ਇਹਨਾਂ ਲਗਾ ਮਾਤਰਾ ਬਾਰੇ ਗੱਲ ਦੱਸੀ ਹੈ। ਔਰ ਖਾਸ ਕਰਕੇ ਮੈਂ ਬੇਨਤੀ ਕਰਦੇ ਹਾਂ, ਅੱਜ ਸਿੱਖ ਪੰਥ ਵਿੱਚ ਹਾਹੇ ਨੂੰ ਲੱਗੀ ਮਾਤਰਾ ਜਿਹੜੀ ਸਿਆਰੀ ਹੋਵੇ, ਅੰਕੜ ਹੋਵੇ, ਉਹਦੇ ਬਾਰੇ ਕਾਫੀ ਦੁਬਿਧਾ ਚੱਲ ਰਹੀ ਹੈ, ਕਿਉਂਕਿ ਵੱਖ-ਵੱਖ ਜਿਹੜੇ ਮਤਲਬ ਵੀ ਵੀਰ ਭੈਣਾਂ ਨੇ ਉਹਨਾਂ ਦਾ ਉਚਾਰਨ ਵੱਖੋ ਵੱਖਰਾ। ਇਹ ਇੱਕ ਕਨਫਿਊਜ਼ਨ ਪੈਦਾ ਕਰਦਾ। ਤੋ ਹਾਹੇ ਬਾਰੇ 2 ਵਾਰੀ ਸਰ ਜਗੀਰ ਸਿੰਘ ਜੀ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ, ਜਿਹੜਾ ਇਹਦਾ ਹਾਹੇ ਨੂੰ ਕਿਹੜੀ ਮਾਤਰਾ ਕਿਸ ਤਰ੍ਹਾਂ ਬੋਲਦੀ ਹੈ, ਉਹ 2 ਵਾਰੀ ਅਸੀਂ ਸਰਕੂਲੇਟ ਵੀ ਕਰ ਚੁੱਕੇ ਹਾਂ ਆਪਣੇ ਇਸ ਗਰੁੱਪ ਦੇ ਵਿੱਚ। ਤਾਂ ਮੇਰੀ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਬਹੁਤ ਧਿਆਨ ਦੇਈਏ। ਜਿਸ ਤਰ੍ਹਾਂ ਵੀਰ ਜੀ ਨੇ ਜ਼ੋਰ ਦਿੱਤਾ ਹੈ, ਪਾਠ ਕਰਨ ਲੱਗਿਆਂ ਸਾਨੂੰ ਬਿਲਕੁਲ ਸਮਝ ਹੋਣੀ ਚਾਹੀਦੀ ਹੈ। ਔਰ ਅਰਥ ਤੇ ਇਹ ਜਿਹੜੀ ਪੰਕਚੁਏਸ਼ਨ ਹੈ, ਪ੍ਰੋਨਾਂਸੀਏਸ਼ਨ ਦਾ ਆਪਸ ਵਿੱਚ ਬੜਾ ਕੋਰਿਲੇਸ਼ਨ ਹੈ। ਤਾਂ ਜਿਸ ਵੇਲੇ ਅਸੀਂ ਬਾਣੀ ਨੂੰ ਸਮਝ ਕੇ ਪੜਾਂਗੇ ਤੇ ਉਸ ਵੇਲੇ ਮਾਤਰਾਵਾਂ ਦੇ ਵਿੱਚ ਸਾਨੂੰ ਗਿਆਨ ਹੋਏਗਾ, ਤੇ ਮਾਤਰਾਵਾਂ ਦੇ ਗਿਆਨ ਅਗਰ ਅਸੀਂ ਪ੍ਰੋਪਰ ਲਾਵਾਂਗੇ ਤਾਂ ਸਾਨੂੰ ਸਮਝ ਸੌਖੀ ਹੈ। ਤੋ ਮੈਂ ਇੱਕ ਵਾਰੀ ਵੀਰ ਜੀ ਦਾ ਧੰਨਵਾਦ ਕਰਦਾ ਔਰ ਅਗਲੇ ਸਵਾਲ ਵੱਲ ਚੱਲਦਾ। ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਡਾਕਟਰ ਤੇਜਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰ ਰਿਹਾ ਕਿ ਸੰਗਤ ਵਿੱਚੋਂ ਪੁੱਛਿਆ ਗਿਆ ਸੀਗਾ ਕਿ ਗੁਰਦੁਆਰਾ ਸਾਹਿਬ ਜਿਸ ਵੇਲੇ ਅਸੀਂ ਜਾਂਦੇ ਹਾਂ ਤਾਂ ਅਸੀਂ ਦਰਬਾਰ ਸਾਹਿਬ ਅੱਗੇ ਨਮਸਕਾਰ ਕਰਨੀ ਹੁੰਦੀ ਹੈ। ਤੋ ਕਈ ਵਾਰੀ ਪਰਿਕਰਮਾ ਕਰਨ ਲੱਗਿਆਂ
ਜਿਹੜੀ ਸੰਗਤ ਹੈ ਉਹ ਸੱਜੇ ਖੱਬੇ ਜਾਂ ਬੈਕ ਸਾਈਡ ਤੋਂ ਵੀ ਮੱਥਾ ਟੇਕਦੀ ਹੈ। तो सवालकर्ता ने पूछा भी ये मत्था सानू कित्थे टेकना चाहिए, नमस्कार के आया फ्रंट से ही करनी चाहिए या साइडा ते भी हो सकती है, नहीं हो सकती? डॉक्टर तेजिंदर सिंह जी दसो। हाँ जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ वाहिगुरू ਫਤਿਹ। जी की फतेह। ਰਿਵਾਇਤਨ ਅੱਧੀ ਤੋਂ ਵੱਧ ਸੰਗਤ ਜਿਹੜੀ ਦਰਬਾਰ ਸਾਹਿਬ ਗੁਰਦੁਆਰੇ ਕਿਤੇ ਵੀ ਜਾਂਦੀ ਹੈ ਉਹ ਨਮਸਕਾਰ ਆਸਥਾ ਵਸ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ। ਡੰਡਾਉਤ ਬੰਦਨਾ ਅਨੇਕ ਵਾਰ ਸਰਵ ਕਲਾ ਸਿਮਰਨ, ਅਨੇਕ ਵਾਰ ਜਿੰਨੀ ਵਾਰੀ ਕਰੋ ਥੋੜਾ ਹੈ। ਗੁਰੂ ਮਹਾਰਾਜ ਦਾ ਇੰਨਾ ਸਤਿਕਾਰ ਹੈ। ਗੁਰ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰ, ਇਸ ਗੁਰ ਕੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਬਿਲੋਈ ਹੈ। ਹਉ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਜਿਤ ਮਿਲੇ ਹਰ ਨਾਮ ਮੈਂ ਜਾਤਾ। ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨਾ ਇਹ ਗੁਰਸਿੱਖ ਦਾ ਫਰਜ਼ ਹੀ ਨਹੀਂ। ਨਮਸਕਾਰ ਦਾ ਮਤਲਬ ਹੈ ਸਮਰਪਣ ਕਰਨਾ ਅਤੇ ਗੁਰੂ ਦੇ ਹੁਕਮ ਨੂੰ ਮੰਨਣ ਦਾ ਸੰਕਲਪ ਦ੍ਰਿੜ ਕਰਨਾ ਆਪਣੇ ਆਪ ਦੇ ਵਿੱਚ। ਅਸੀਂ ਗੁਰੂ ਸਾਹਿਬ ਦੇ ਨਤਮਸਤਕ ਹੋਏ ਹਾਂ। ਗੁਰੂ ਸਾਹਿਬ ਦਾ ਆਦੇਸ਼ ਲੈਣ ਨੂੰ, ਆਦੇਸ਼ ਮੰਨਣ ਨੂੰ ਅਸੀਂ ਤਿਆਰ ਹਾਂ ਤੇ ਅਮਲ ਵਿੱਚ ਲਿਆਉਣ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜਿਹੜੀ ਚੀਜ਼ ਅਸੀਂ ਪ੍ਰੈਕਟਿਸ 'ਚ ਦੇਖ ਰਹੇ ਹਾਂ ਉਹ ਇਹ ਹੈ ਕਿ ਗੁਰਦੁਆਰੇ ਦੇ ਬਾਹਰ ਵੀ ਕਈ ਵਾਰ ਐਂਟਰ ਕਰਨ ਤੋਂ ਪਹਿਲੇ ਵੀ ਦਹਲੀਜ਼ ਤੇ ਹੀ ਮੱਥਾ ਸੰਗਤ ਟੇਕਦੀ ਹੈ। ਫਿਰ ਅੰਦਰ ਆਏ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਪਰਿਕਰਮਾ ਕੀਤੀ, ਪਿੱਛੋਂ ਮੱਥਾ ਟੇਕਿਆ, ਪਰਿਕਰਮਾ ਕਰਕੇ ਗੁਰੂ ਸਾਹਿਬ ਦੇ ਸਾਹਮਣੇ ਦੀਵਾਨ ਦੇ ਵਿੱਚ ਸੰਗਤ ਵਿੱਚ ਬੈਠਣ ਲੱਗਿਆ ਮੱਥਾ ਟੇਕਿਆ, ਬੈਠ ਕੇ ਉੱਠਣ ਲੱਗਿਆ ਮੱਥਾ ਟੇਕਿਆ। ਇਹ ਇਸ ਤਰ੍ਹਾਂ ਆਸਥਾ ਵਸ ਜਾਂ ਆਦਤ ਵਸ ਮੱਥਾ ਟੇਕਣ ਸੰਗਤ ਦੇ ਵਿੱਚ ਦੇਖਿਆ ਜਾਂਦਾ ਹੈ। ਇਸ ਤੋਂ ਟੋਕਿਆ ਨਹੀਂ ਜਾ ਸਕਦਾ ਕਿਉਂਕਿ ਇਹ ਹੁਣ ਪ੍ਰਚਲਿਤ ਹੈ। ਪਰ ਜੇ ਅਸੀਂ ਮਰਿਆਦਾ ਦੀ ਗੱਲ ਕਰੀਏ, ਜਿੱਥੇ ਤੱਕ ਸਵਾਲ ਦੀ ਗੱਲ ਹੈ, ਮੱਥਾ ਕਿਹੜੇ ਪਾਸੇ ਹੋ, ਅਸੀਂ ਸ਼ਬਦ ਦਾ ਹੀ ਪਹਿਲੇ ਆਸਰਾ ਲਵਾਂਗੇ। ਸਤਿਗੁਰ ਆਗੇ ਸੀਸ ਭੇਟਦੇ ਹੋ, ਸਤਿਗੁਰ ਆਗੇ ਸੀਸ ਭੇਟਦੇ ਹੋ, ਜੇ ਸਤਿਗੁਰ ਸੱਚ ਭਾਵੇ। ਜੇ ਸਤਿਗੁਰ ਨੂੰ ਮਨਜ਼ੂਰ ਹੁੰਦਾ ਹੋਵੇ ਤਾਂ ਮੈਂ ਸਤਿਗੁਰ ਦੇ ਅੱਗੇ ਜਾ ਕੇ ਆਪਣਾ ਸੀਸ ਭੇਟ ਕਰਦੇ। ਬਿਨ ਸਤਿਗੁਰ ਪੱਲੇ ਨਾ ਪਵੇ, ਮਨਮੁਖ ਰਹੇ ਬਿਲਾਏ, ਓਏ ਸਤਿਗੁਰ ਆਗੇ ਨਾ ਨਿਵਾਏ, ਉਹਨਾਂ ਅੰਤਰ ਕ੍ਰੋਧ ਬੁਲਾਏ। ਜਿਹੜੇ ਸਤਿਗੁਰ ਦੇ ਅੱਗੇ ਨਹੀਂ ਨਿਉਂਦੇ ਉਹਨਾਂ ਦੇ ਅੰਦਰ ਕ੍ਰੋਧ ਪਾਇਆ ਜਾਂਦਾ ਹੈ, ਪ੍ਰਵਾਨ ਨਹੀਂ ਨੇ। ਸਤਿਗੁਰ ਦੇ ਅੱਗੇ ਹੋ ਕੇ ਨਿਉਣ ਦਾ ਗੁਰਬਾਣੀ ਵਿੱਚ ਵੀ ਹੁਕਮ ਆਉਂਦਾ ਹੈ। ਅਸੀਂ ਗੱਲ ਕਰੀਏ ਰਹਿਤ ਮਰਿਆਦਾ ਦੀ, ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੈ ਗੁਰਦੁਆਰੇ ਦੇ ਪਦ ਦੇ ਵਿੱਚ, ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ। ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ। ਉਪਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਾਵੇ। ਇਸ ਤੋਂ ਬਾਅਦ ਰਹਿਤ ਮਰਿਆਦਾ ਵਿੱਚ ਕੁਛ ਨਹੀਂ ਲਿਖਿਆ। ਸਿੱਖ ਰਹਿਤ ਮਰਿਆਦਾ ਵਿੱਚ ਹੋਰ ਕੋਈ ਵਿਧੀ ਜਾਂ ਬੰਦਿਸ਼ ਜਾਂ ਇਤਰਾਜ਼ ਦਰਜ ਨਹੀਂ ਹਨ। ਇਸ ਵਾਸਤੇ ਜੋ ਵਿਧੀ ਹੈ ਉਹ ਇਹੋ ਹੀ ਹੈ ਕਿ ਸਤਿਗੁਰ ਦੇ ਸਾਹਮਣੇ ਨਤਮਸਤਕ ਹੋਇਆ ਜਾਵੇ, ਮੱਥਾ ਟੇਕਿਆ ਜਾਵੇ, ਜਿਸ ਤਰ੍ਹਾਂ ਰਹਿਤ ਮਰਿਆਦਾ ਵਿੱਚ ਲਿਖਿਆ ਹੈ। ਇਹੀ ਮਰਿਆਦਾ ਹੈ। ਬਾਕੀ ਸੰਗਤ ਆਪਣੀ ਆਸਥਾ ਨਾਲ ਜਾਂ ਸ਼ਰਧਾ ਨਾਲ ਕੀ ਕਰਦੀ ਹੈ ਉਹ ਸੰਗਤ ਨੂੰ ਪ੍ਰਵਾਨ ਹੈ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਡਾਕਟਰ ਸਾਹਿਬ, ਆਪ ਜੀ ਨੇ ਇਸ ਸਵਾਲ ਦਾ ਉੱਤਰ ਦਿੱਤਾ ਹੈ। ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਜਿਵੇਂ ਵੀਰ ਜੀ ਨੇ ਦੱਸਿਆ ਕਿ ਨਮਸਕਾਰ ਕਰਨ ਦਾ ਮਤਲਬ ਹੈ ਕਿ ਅਸੀਂ ਗੁਰੂ ਅੱਗੇ ਆਪਾ ਅਰਪਣ ਕਰਦੇ ਹਾਂ। ਦੇਖੋ, ਇੱਕ ਬੜੀ ਵੱਡੀ ਗੱਲ ਹੈ। ਅਸੀਂ ਇਹਨੂੰ ਐਵੇਂ ਮਤਲਬ ਕੈਜੂਅਲੀ ਨਾ ਲਈਏ। ਇਹਦਾ ਅਰਥ ਜਿਹੜਾ ਇਹ ਬੜਾ ਡੂੰਘਾ ਹੈ ਕਿ ਗੁਰੂ ਨੂੰ ਸਮਰਪਣ ਹੋਣਾ। ਆਪਾਂ ਕਿੰਨੇ ਕੁ ਸਮਰਪਿਤ ਹਾਂ, ਹਰ ਇੱਕ ਮਨੁੱਖ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਸਕਦਾ। ਪਰ ਅਸੀਂ ਗੁਰੂ ਸਾਹਿਬ ਨੂੰ ਨਮਸਕਾਰ ਤਾਂ ਬੜੀ ਵਾਰੀ ਕਰਦੇ ਹਾਂ। ਤੋ ਇਸ ਕਰਕੇ ਜਦ ਵੀ ਨਮਸਕਾਰ ਕਰੀਏ ਮਨ ਵਿੱਚ ਖਿਆਲ ਲਿਆਈਏ ਕਿ ਕਿਹੜੇ ਹੁਕਮ ਨਹੀਂ ਮੰਨਦੇ। ਮੈਂ ਸਮਝਦਾ ਜੀ ਇੱਕ ਵੀ ਗੱਲ ਉਸ ਵੇਲੇ ਸਾਹਮਣੇ ਆ ਜਾਏ ਨਮਸਕਾਰ ਕਰਦੇ ਹਾਂ, ਮੈਂ ਇਹ ਗੱਲ ਨਹੀਂ ਮੰਨਦਾ, ਤੇ ਅਸੀਂ ਉਸ ਤੇ ਅਮਲ ਕਰੀਏ, ਆਪਣੇ ਆਪ ਸੁਧਾਰੀ ਕਰੀਏ। ਤੋ ਜੇ ਗੁਰੂ ਨੂੰ ਮੱਥਾ ਟੇਕਣਾ, ਨਮਸਕਾਰ ਕਰਨੀ ਹੈ, ਸਰੈਂਡਰ ਕਰਨਾ ਹੈ, ਤੇ ਸੱਚਮੁੱਚ ਪ੍ਰੈਕਟੀਕਲੀ ਸਰੈਂਡਰ ਹੋਵੇ ਤੇ ਤਾਂ ਹੀ ਜੀਵਨ ਸਫਲ ਹੋਏਗਾ। ਵਰਨਾ ਮੈਨੂੰ ਖਿਮਾ ਕਰਨਾ, ਇਹ ਫਾਰਮੈਲਿਟੀ ਰਹਿ ਜਾਏਗੀ। ਤੋ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਕਿ ਅਸੀਂ ਜਿਹੜਾ ਨਮਸਕਾਰ ਕਰਨੀ ਹੈ ਉਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਨੀ। ਦੇਖਣ 'ਚ ਆਇਆ ਕਿ ਜਿਸ ਵੇਲੇ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਿਵੇਂ ਬਾਹਰ ਨਿਸ਼ਾਨ ਸਾਹਿਬ ਹੈ ਉਹਦੀ ਪਰਿਕਰਮਾ ਕਰਨੀ, ਉਹਨੂੰ ਮੱਥਾ ਟੇਕਣਾ, ਹੋਰ ਕਈ ਥਾਂ ਤੇ ਅਸੀਂ ਨਮਸਕਾਰ ਕਰੀ ਜਾਂਦੇ। ਇਸ ਗੱਲ ਦਾ ਬਿਲਕੁਲ ਜ਼ਰੂਰ ਖਿਆਲ ਰੱਖਿਆ ਜਾਏ ਕਿ ਇਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਚੁੱਕ ਸਕਦਾ ਹੈ। ਅੱਜ ਦੇ ਸਵਾਲ ਤੋਂ ਅਸੀਂ ਇਹ ਜ਼ਰੂਰ ਇਹ ਜਿਹੜੀ ਗਾਈਡਲਾਈਨ ਲੈਣੀ ਹੈ ਕਿ ਨੰਬਰ 1 ਤੇ ਸਰੈਂਡਰ ਕੀ ਹੈ,
ਵੀ ਆਪਾਂ ਜੀ ਨਮਸਕਾਰ ਕਰਦੇ ਹਾਂ ਤੇ ਕੀ ਸਰੈਂਡਰ ਆਪਾਂ ਕਿਆ ਕਰ ਰਹੇ ਹਾਂ। ਤੇ ਦੂਸਰਾ ਹੈ ਕਿ ਸਵਾਈ ਗੁਰੂ ਗ੍ਰੰਥ ਸਾਹਿਬ ਤੋਂ ਸਾਡਾ ਇਹ ਸੀਸ ਕਿਤੇ ਨਹੀਂ ਝੁਕਣਾ ਚਾਹੀਦਾ। ਮੈਂ ਇੱਕ ਵਾਰੀ ਫੇਰ ਡਾਕਟਰ ਸਾਹਿਬ ਆਪ ਜੀ ਦਾ ਧੰਨਵਾਦ ਕਰਦਾ ਤੇ ਹੁਣ ਮੈਂ ਬੇਨਤੀ ਕਰ ਰਿਹਾ ਸਾਹਿਬ ਪ੍ਰਭ ਕੀਰਤਨ ਸਿੰਘ ਜੀ ਨੂੰ ਕਿ ਸਾਡੇ ਕੋਲ ਸਵਾਲ ਆਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਰਾਜ ਸੀ ਉਹ ਗੁਰੂ ਉਪਦੇਸ਼ਾਂ ਦੇ ਮਤਲਬ ਸਵਾਲ ਥੋੜਾ ਜਿਹਾ ਮਤਲਬ ਵੀ ਪੜ੍ਹਨ ਸੁਣਨ 'ਚ ਔਖਾ ਲੱਗਣਾ ਵੀ ਕਿਆ ਗੁਰੂ ਉਪਦੇਸ਼ਾਂ ਦੇ ਉਲਟ ਸੀ, ਵਿਰੁੱਧ ਸੀ ਜਾਂ ਨਹੀਂ ਸੀ। ਤੋ ਇਹ ਇੱਕ ਬੜਾ ਵੱਡਾ ਦੁਬਿਧਾ ਦਾ ਵਿਸ਼ਾ ਹੈਗਾ ਕਿ ਮੈਂ ਬੇਨਤੀ ਕਰ ਰਿਹਾ ਵੀਰ ਜੀ ਨੂੰ ਕਿ ਕਿਰਪਾ ਕਰਕੇ ਇਹਦੇ ਬਾਰੇ ਜਾਣਕਾਰੀ ਦਿਓ ਜੀ। ਸਾਪਰਾ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ ਕਿ ਸਵਾਲਕਰਤਾ ਨੇ ਜਿਹੜਾ ਸਵਾਲ ਪੁੱਛਿਆ ਉਹਦਾ ਪਹਿਲਾ ਹਿੱਸਾ ਇਹੀ ਹੈ ਕਿ ਕੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹੀ ਗੁਰੂ ਸਾਹਿਬ ਦੀ ਸੋਚ ਤੇ ਗੁਰਬਾਣੀ ਦੇ ਉਪਦੇਸ਼ਾਂ ਦੇ ਵਿਰੁੱਧ ਮੰਨਦੇ ਹੋ। ਹੁਣ ਇਹਦਾ ਜਵਾਬ ਲੱਭਣ ਲਈ ਸਾਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਉਹਨਾਂ ਦੇ ਜੀਵਨ ਦੇ ਵੱਖ-ਵੱਖ ਪੱਖਾਂ ਦਾ ਮੁਲਾਂਕਣ ਇੱਕ ਵਾਰੀ ਇਵੈਲੂਏਸ਼ਨ ਕਰਨੀ ਪਵੇਗੀ। ਤੋ ਜਿਹੜਾ ਉਹਨਾਂ ਦੇ ਜੀਵਨ ਦਾ ਰਾਜਨੀਤਿਕ ਪੱਖ ਹੈ, ਜਿਹਦੇ ਵਿੱਚ ਅਸੀਂ ਫੌਜੀ ਪੱਖ ਵੀ ਜਿਹੜੇ ਜਰਨੈਲ ਸਨ ਬੜੇ ਤਗੜੇ ਹੋ, ਪ੍ਰਸ਼ਾਸਨਿਕ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਦੀ ਉਹ ਵੀ ਪੱਖ ਲੈ ਲਈ ਹੈ, ਇੱਕ ਲੀਡਰਸ਼ਿਪ ਦੀ ਗੱਲ ਵੀ ਲੈ ਲਈ ਹੈ। ਇਹ ਸਾਰੇ ਪੱਖ ਅਗਰ ਅਸੀਂ ਲੈ ਲਈਏ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਇੱਕ ਬੜੇ ਬਹਾਦਰ ਫੌਜੀ ਜਰਨੈਲ, ਬੜੇ ਦੂਰ ਦ੍ਰਿਸ਼ਟੀ ਵਾਲੇ ਆਗੂ, ਚੰਗੇ ਪ੍ਰਸ਼ਾਸਕ ਤੇ ਕੁਸ਼ਲ ਰਾਜਨੀਤਿਕ ਆਗੂ ਸਨ। ਉਹਨਾਂ ਨੇ ਆਪਣੇ ਸਾਰੇ ਵਿਰੋਧੀਆਂ ਨੂੰ ਕਾਬੂ ਦੇ ਵਿੱਚ ਰੱਖਿਆ, ਆਪਣੀ ਬਹਾਦਰੀ ਨਾਲ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਰਾਜ, ਸਿੱਖ ਰਾਜ ਸਿਰਜਿਆ ਔਰ ਬੜੀ ਬਹਾਦਰੀ ਨਾਲ ਅਫਗਾਨੀ ਹਮਲਾਵਰਾਂ ਤੇ ਲੁਟੇਰਿਆਂ ਦੇ ਮੂੰਹ ਸਦਾ ਲਈ ਮੋੜ ਦਿੱਤੇ। ਤੇ ਇੱਕ ਸੁਘੜ ਰਾਜੇ ਵਾਲੇ ਸਾਰੇ ਗੁਣ ਉਹਨਾਂ ਦੇ ਵਿੱਚ ਮੌਜੂਦ ਸਨ ਅਤੇ ਉਹਨਾਂ ਦਾ ਰਾਜ ਅਮਨ ਅਮਾਨ, ਸ਼ਾਂਤੀ ਵਾਲਾ, ਨਿਆਂਪੂਰਨ, ਬਰਾਬਰੀ ਵਾਲਾ, ਦਇਆ ਵਾਲਾ ਤੇ ਹਲੀਮੀ ਰਾਜ ਕਿਹਾ ਜਾਂਦਾ ਹੈ, ਜਿਹਦੇ ਵਿੱਚ ਪ੍ਰਜਾ ਅਮਨ ਅਮਾਨ ਨਾਲ ਵਸਦੀ ਸੀ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ, ਨਾ ਕਿਸੇ ਨਾਲ ਕੋਈ ਧੱਕਾ ਕੀਤਾ ਜਾਂਦਾ ਸੀ। ਤੇ ਜੇ ਆਰਥਿਕ ਪੱਖੋਂ ਵੀ ਦੇਖੀਏ ਤੇ ਉਹਨਾਂ ਦੀ ਆਰਥਿਕ ਜਿਹੜੀ ਮੈਨੇਜਮੈਂਟ ਸੀ ਪੂਰੇ ਰਾਜ ਦੀ ਉਹ ਬੜੀ ਵਧੀਆ ਸੀ ਤੇ ਰਾਜ ਇੱਕ ਬੜਾ ਅਮੀਰ ਰਾਜ ਸੀ। ਫਿਰ ਆਪਣੇ ਦੁਸ਼ਮਣਾਂ ਨੂੰ ਉਹ ਬੜੇ ਵਫਾਦਾਰ ਅਹਿਲਕਾਰ ਬਣਾਉਣ ਦਾ ਉਹਨਾਂ ਦੇ ਵਿੱਚ ਕਲਾ ਸੀ, ਬੜੀ ਸੂਝ-ਬੂਝ ਸੀ। ਤੇ ਰਾਜਨੀਤਿਕ ਪੱਖੋਂ ਉਹਨਾਂ ਦੇ ਰਾਜ ਨੂੰ ਅੱਜ ਵੀ ਦੁਨੀਆ ਦੇ ਬਿਹਤਰੀਨ ਰਾਜ ਪ੍ਰਬੰਧਾਂ ਵਿੱਚ ਗਿਣਿਆ ਜਾਂਦਾ ਹੈ। ਇਸ ਚੰਗੇ ਰਾਜ ਦਾ ਜਿਹੜਾ ਵਿਸਥਾਰ ਤੇ ਪ੍ਰਬੰਧ, ਵਿਸਥਾਰ ਵੀ ਜਿਹੜਾ ਹੋਇਆ ਉਹ ਵੀ ਖਾਲਸਾਈ ਰੀਤਾਂ ਰਵਾਇਤਾਂ ਦੇ ਮੁਤਾਬਕ ਖਾਲਸਾਈ ਫੌਜਾਂ ਵੱਲੋਂ ਉਹਨਾਂ ਦੇ ਨਾਲ ਰਲੀਆਂ ਤੇ ਤਾਂ ਹੋਇਆ ਤੇ ਸਿੱਖ ਸਿਧਾਂਤਾਂ ਦੇ ਅਨੁਸਾਰ ਹੀ ਜਿਹੜੀ ਇਹਦੀ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਚਲਾਈ। ਪਰ ਜੇ ਰਾਜਨੀਤਿਕ ਪੱਖੋਂ ਦੇਖੀਏ ਤੇ ਉਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਸਿੱਖ ਰਾਜ ਨੂੰ ਲੰਬੇ ਸਮੇਂ ਤੱਕ ਚੱਲਣ ਵਾਲਾ ਸਿਸਟਮ ਉਹ ਨਹੀਂ ਦੇ ਸਕੇ, ਉਹਦੀ ਨੀਂਹ ਚੰਗੀ ਤਰ੍ਹਾਂ ਉਹ ਨਹੀਂ ਰੱਖ ਸਕੇ। ਇਸੇ ਕਰਕੇ ਹੀ ਉਹਨਾਂ ਦੀ ਮੌਤ ਦੇ ਇੱਕ ਦਹਾਕੇ ਬਾਅਦ ਹੀ ਸਿੱਖ ਰਾਜ ਦਾ ਭੋਗ ਪੈ ਗਿਆ ਸੀ। ਇਹਦਾ ਵੱਡਾ ਕਾਰਨ ਜਿਹੜਾ ਸੀ, ਉਹਨਾਂ ਵੱਲੋਂ ਆਪਣੇ ਰਾਜ ਦੇ ਪ੍ਰਮੁੱਖ ਅਹੁਦੇ ਜਿਹੜੇ ਨੇ ਉਹ ਗੈਰ ਸਿੱਖਾਂ ਨੂੰ ਦੇ ਦੇਣਾ ਸੀ। ਇਹ ਉਹਨਾਂ ਦੀ ਵੱਡੀ ਜਿਹੜੀ ਗਲਤੀ ਸੀ, ਜਿਹਦਾ ਫਲ ਇਹ ਨਿਕਲਿਆ ਕਿ ਸਿੱਖ ਰਾਜ ਬੜੀ ਛੇਤੀ ਖਤਮ ਹੋ ਗਿਆ। ਹੁਣ ਨਿੱਜੀ ਜੀਵਨ ਦੇ ਵਿੱਚ ਮਹਾਰਾਜੇ ਦੀਆਂ ਸ਼ਰਧਾ ਦੀਆਂ ਬੜੀਆਂ ਕਹਾਣੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਹਨ, ਪਰ ਨਾਲ ਹੀ ਉਹਦੇ ਜੀਵਨ ਦੇ ਵਿੱਚ ਕਈ ਕਮੀਆਂ ਘਾਟਾਂ ਹੋਣ ਦਾ ਵੀ ਸਾਨੂੰ ਪਤਾ ਲੱਗਦਾ ਹੈ। ਕਈ ਵਿਆਹ ਕਰਵਾਏ ਸਨ, ਕੁਝ ਹੋਰ ਔਰਤਾਂ ਨਾਲ ਵੀ ਉਹਨਾਂ ਦੇ ਸੰਬੰਧ ਸਨ, ਬ੍ਰਾਹਮਣੀ ਕਰਮ ਕਾਂਡਾਂ ਵਿੱਚ ਵੀ ਉਹ ਖੁੱਬੇ ਹੋਏ ਸਨ ਤੇ ਬ੍ਰਾਹਮਣਾਂ ਦੇ ਪ੍ਰਭਾਵ ਹੇਠ ਵੀ ਸਨ। ਤੇ ਇਹਦਾ ਪੱਕਾ ਸਬੂਤ ਜਿਹੜਾ ਸਾਨੂੰ ਮਿਲਦਾ ਹੈ ਇਤਿਹਾਸ ਦੇ ਵਿੱਚ ਕਿ ਉਹਨਾਂ ਦੀ ਮੌਤ ਤੋਂ ਬਾਅਦ ਸਤੀ ਦੀ ਵੀ ਰਸਮ ਹੋਈ, ਜਿਹੜੀ ਇਸ ਚੀਜ਼ ਦੇ ਉੱਤੇ ਮੋਹਰ ਲਾਉਂਦੀ ਹੈ ਕਿ ਨਿੱਜੀ ਪੱਖ ਦੇ ਵਿੱਚ ਉਹਨਾਂ ਦਾ ਜਿਹੜਾ ਜਿਸ ਢੰਗ ਦੇ ਨਾਲ ਉਹ ਆਪਣਾ ਧਾਰਮਿਕ ਪੱਖ ਜਾਂ ਨਿੱਜੀ ਜੀਵਨ ਸੀ ਉਹਨਾਂ ਦਾ, ਉਹ ਇੱਕ ਮਲਗੋਬਾ ਕਿਸਮ ਦੀ ਸੋਚ ਜਾਪਦਾ ਹੈ ਕਿ ਉਹਨਾਂ ਦੀ ਬਿਲਕੁਲ ਪੱਕੀ ਹੋ ਚੁੱਕੀ ਸੀ। ਤੇ ਧਾਰਮਿਕ ਪੱਖੋਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਸ਼ਰਧਾ ਬੜੀਆਂ ਉਹਨਾਂ ਦੀਆਂ ਕਹਾਣੀਆਂ ਸੁਣੀਆਂ ਨੇ ਤੇ ਗੁਰਦੁਆਰਿਆਂ ਨੂੰ ਉਹਨਾਂ ਨੇ ਬੜੀਆਂ ਵੱਡੀਆਂ ਜਗੀਰਾਂ, ਮਾਇਆ, ਹਰ ਤਰ੍ਹਾਂ ਨਾਲ ਉਹਨਾਂ ਨੇ ਗੁਰਦੁਆਰਿਆਂ ਦੀ ਮਦਦ ਕੀਤੀ, ਕਿਉਂਕਿ ਇਹ ਪਹਿਲਾ ਸਿੱਖ ਰਾਜ ਸੀ ਤੇ ਇਹ ਬਣਦਾ ਵੀ ਸੀ ਕਰਨਾ ਕਿ ਗੁਰਦੁਆਰਿਆਂ ਨੂੰ ਪੱਕੇ ਪੈਰੀਂ ਖੜਾ ਕੀਤਾ ਜਾਵੇ। ਪਰ ਉਹਨਾਂ ਨੇ ਬਹੁਤ ਵੱਡੀਆਂ ਜਗੀਰਾਂ ਦਿੱਤੀਆਂ ਤੇ ਵੱਡੀਆਂ ਰਕਮਾਂ ਦਿੱਤੀਆਂ। ਪਰ ਐਸਾ ਉਹਨਾਂ ਨੇ ਸਿਰਫ ਗੁਰਦੁਆਰਿਆਂ ਲਈ ਨਹੀਂ ਕੀਤਾ, ਦੂਜੇ ਧਰਮਾਂ ਦੇ ਸਥਾਨਾਂ ਲਈ ਵੀ ਕੀਤਾ। ਜਿਹੜਾ ਕਾਂਸ਼ੀ ਦੇ ਵਿੱਚ ਵਿਸ਼ਵਨਾਥ ਮੰਦਿਰ ਹੈ, ਉਹਦੇ ਉੱਤੇ ਵੀ ਸੋਨਾ ਮਹਾਰਾਜਾ ਰਣਜੀਤ ਸਿੰਘ ਦਾ ਹੀ ਚੜਵਾਇਆ ਹੋਇਆ ਹੈ, ਜਿਹੜਾ ਅੱਜ ਤੱਕ ਕਾਇਮ ਹੈ।
ਤੋ ਇਹ ਜਿਹੜਾ ਉਹ ਆਮ ਰਾਜਿਆਂ ਵਾਲੀ ਗੱਲ ਜਿਹੜੀ ਸੀ, ਬਹੁਤ ਸਾਰੇ ਰਾਜੇ ਸਾਰੇ ਧਰਮਾਂ ਦੇ ਧਰਮ ਸਥਾਨਾਂ ਤੇ ਕਰਦੇ ਸਨ, ਉਹ ਪੱਖ ਵੀ ਨਾਲ ਉਹਨਾਂ ਦਾ ਸੀ। ਭਾਵੇਂ ਇਹ ਠੀਕ ਹੈ ਕਿ ਸਿੱਖ ਧਰਮ ਦੇ ਸਥਾਨਾਂ ਲਈ ਉਹਨਾਂ ਦੀ ਸ਼ਰਧਾ ਬਹੁਤ ਜ਼ਿਆਦਾ ਸੀ। ਤੋ ਉਹਨਾਂ ਦੇ ਉੱਤੇ ਆਮ ਤੌਰ ਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਧਾਰਮਿਕ ਪੱਖੋਂ ਦੇਖੀਏ ਤਾਂ ਸਿੱਖ ਧਰਮ ਦੀ ਤਰੱਕੀ ਲਈ ਉਹਨਾਂ ਨੂੰ ਜੋ ਕਰਨਾ ਚਾਹੀਦਾ ਸੀ ਉਹਨਾਂ ਨੇ ਨਹੀਂ ਕੀਤਾ, ਔਰ ਇਹ ਠੀਕ ਵੀ ਹੈ। ਪਰ ਜੇ ਦੇਖਿਆ ਜਾਵੇ ਤਾਂ ਧਰਮ ਦੀ ਤਰੱਕੀ ਦਾ ਫਰਜ਼ ਅਸਲ ਦੇ ਵਿੱਚ ਤਾਂ ਸਾਡੇ ਧਾਰਮਿਕ ਨੇਤਾਵਾਂ ਦਾ ਸੀ, ਜਿਹੜੇ ਉਸ ਵੇਲੇ ਉਦਾਸੀ ਤੇ ਨਿਰਮਲੇ ਤੇ ਗਿਆਨੀ ਪਰੰਪਰਾ ਸੰਪਰਦਾਵਾਂ ਤੇ ਹੋਰ ਵੀ ਕਈ ਜਥੇ ਦੇ ਸੰਪਰਦਾਵਾਂ ਬਣੀਆਂ ਹੋਈਆਂ ਸਨ। ਉਹਨਾਂ ਵੱਲੋਂ ਵੀ ਇਸ ਜ਼ਿੰਮੇਵਾਰੀ ਵਿੱਚ ਜਾਪਦਾ ਹੈ ਕਿ ਬੜੀ ਕੁਤਾਹੀ ਕੀਤੀ ਗਈ, ਕਿਉਂਕਿ ਮਹਾਰਾਜੇ ਦਾ ਜਿਸ ਢੰਗ ਦਾ ਜੀਵਨ ਸੀ, ਜਿਸ ਤਰ੍ਹਾਂ ਦਾ ਉਹ ਰਾਜਾ ਸੀ, ਉਹਨਾਂ ਵੱਲੋਂ ਅਗਰ ਮਦਦ ਦੀ ਲੋੜ ਮੰਗੀ ਗਈ ਹੁੰਦੀ, ਮਦਦ ਮੰਗੀ ਗਈ ਹੁੰਦੀ ਕਿਸੇ ਕੰਮ ਵਾਸਤੇ ਵੀ, ਤਾਂ ਸਿੱਖ ਰਾਜ ਦੇ ਵਿੱਚ ਉਹਨਾਂ ਦੀ ਮਦਦ ਹੋਣੀ ਕੁਦਰਤੀ ਤੇ ਸੁਭਾਵਿਕ ਜਿਹੀ ਗੱਲ ਸੀ। ਪਰ ਇਹ ਜਿਹੜਾ ਪੱਖ ਹੈ, ਇਹਦੇ ਵਿੱਚ ਸਾਡੇ ਧਾਰਮਿਕ ਨੇਤਾਵਾਂ ਦੀ ਵੀ ਬੜੀ ਵੱਡੀ ਕਮਜ਼ੋਰੀ ਸਾਹਮਣੇ ਆਉਂਦੀ ਹੈ। ਤਾਂ ਭਾਵੇਂ ਅਸੀਂ ਦੋਸ਼ ਆਮ ਤੌਰ ਤੇ ਰਣਜੀਤ ਸਿੰਘ ਨੂੰ ਦੇ ਦਿੰਦੇ ਹਾਂ, ਤੇ ਇਹ ਭੁੱਲ ਜਾਂਦੇ ਹਨ ਕਿ ਧਾਰਮਿਕ ਨੇਤਾਵਾਂ ਨੂੰ ਅਸੀਂ ਛੱਡ ਦਿੰਦੇ ਹਾਂ। ਤੋ ਸਮੁੱਚੇ ਤੌਰ ਤੇ ਜੇ ਦੇਖੀਏ ਤਾਂ ਰਣਜੀਤ ਸਿੰਘ ਦੇ ਜੀਵਨ ਦੇ ਕੁਝ ਪੱਖ ਆਪਾਂ ਸੰਖੇਪ ਵਿੱਚ ਵਿਚਾਰੇ ਹਨ, ਜਿੱਥੋਂ ਇੱਕ ਗੱਲ ਸਮਝ ਆ ਜਾਂਦੀ ਹੈ ਕਿ ਉਹਦੇ ਜੀਵਨ ਵਿੱਚ ਕੁਝ ਬੜੇ ਚੰਗੇ ਪੱਖ ਵੀ ਸਨ। ਉਹਨੇ ਰਾਜ ਜਿਹੜਾ ਚਲਾਇਆ ਉਹ ਸਿੱਖੀ ਰਵਾਇਤਾਂ ਤੇ ਗੁਰਮਤ ਸਿਧਾਂਤਾਂ ਦੇ ਮੁਤਾਬਕ ਬਰਾਬਰੀ ਵਾਲਾ, ਨਿਆਂਪੂਰਕ, ਤੇ ਉਹ ਸਾਰਾ ਕੁਝ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਅਪਲਾਈ ਕੀਤਾ ਜੋ ਗੁਰਮਤ ਸਿਧਾਂਤ ਸਨ। ਪਰ ਬਾਕੀ ਪੱਖਾਂ ਵਿੱਚ ਉਹਨਾਂ ਦੀਆਂ ਕਈ ਕਮਜ਼ੋਰੀਆਂ ਵੀ ਸਨ। ਤਾਂ ਅਸੀਂ ਉਹਨਾਂ ਦੇ ਜੀਵਨ ਵਿੱਚ ਚੰਗੇ ਤੇ ਮਾੜੇ ਦੋਵੇਂ ਪੱਖ ਦੇਖ ਸਕਦੇ ਹਾਂ। ਤੇ ਅਸੀਂ ਕੋਈ ਇਹ ਇੱਕ ਲਾਈਨ ਦੇ ਵਿੱਚ ਇਹੋ ਜਿਹੀ ਜੱਜਮੈਂਟ ਸਾਨੂੰ ਪਾਸ ਕਰਨਾ ਬੜਾ ਮੁਸ਼ਕਲ ਲੱਗਦਾ ਹੈ ਕਿ ਅਸੀਂ ਕਹੀਏ ਕਿ ਉਹਦਾ ਜੀਵਨ ਜਾਂ ਉਹਦਾ ਰਾਜ ਸਾਰਾ ਗੁਰਬਾਣੀ ਦੇ ਉਪਦੇਸ਼ਾਂ ਦੇ ਵਿਰੁੱਧ ਹੀ ਅਸੀਂ ਕਹਿ ਦਈਏ। ਦੂਜਾ ਹਿੱਸਾ ਜਿਹੜਾ ਸਵਾਲ ਦਾ ਉਹਨਾਂ ਨੇ ਪੁੱਛਿਆ ਹੈ ਕਿ ਕੀ ਸਿੱਖ ਘੱਟ ਗਿਣਤੀ ਵਿੱਚ ਹੋਣ ਕਰਕੇ ਹਮੇਸ਼ਾ ਮਾਰ ਹੀ ਖਾਂਦੇ ਰਹਿਣ ਤੇ ਕਦੇ ਵੀ ਰਾਜ ਸ਼ਕਤੀ ਦੀ ਪ੍ਰਾਪਤੀ ਨੂੰ ਕੌਮੀ ਨਿਸ਼ਾਨਾ ਨਾ ਬਣਾਉਣ, ਨਾ ਇਹ ਸੋਚਣ, ਇਹ ਉਹਨਾਂ ਨੇ ਸਵਾਲ ਪੁੱਛਿਆ ਹੈ। ਤਾਂ ਇਹਦਾ ਜਵਾਬ ਇਹ ਹੈ ਕਿ ਜੇ ਅਸੀਂ ਸਿੱਖ ਇਤਿਹਾਸ ਨੂੰ ਹੀ ਵਾਚੀਏ ਤਾਂ ਪੰਜਾਬ ਦੇ ਵਿੱਚ ਸਨ 1765 ਤੋਂ ਲੈ ਕੇ ਖਾਲਸਾ ਰਾਜ ਦੇ ਅੰਤ ਤੱਕ 1850 ਤੱਕ ਲਗਭਗ 80-90 ਸਾਲ ਦਾ ਸਮਾਂ ਸਿੱਖਾਂ ਦੀ ਚੜ੍ਹਤ ਦਾ ਸਮਾਂ ਹੀ ਰਿਹਾ ਹੈ। ਉਸ ਵੇਲੇ ਵੀ ਜੋ ਸਾਨੂੰ ਇਤਿਹਾਸਕਾਰ ਦੱਸਦੇ ਹਨ ਕਿ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ 10-12% ਤੋਂ ਲੈ ਕੇ 20% ਜਾਂ 15% ਤੱਕ ਸਾਰੇ ਇਤਿਹਾਸਕਾਰਾਂ ਨੇ ਦੱਸੀ ਹੈ। ਤੇ ਉਦੋਂ ਵੀ ਉਹ ਘੱਟ ਗਿਣਤੀ ਵਿੱਚ ਸਨ, ਪਰ ਆਪਣੀ ਕਾਬਲੀਅਤ ਤੇ ਬੀਰਤਾ ਦੇ ਨਾਲ ਸਿੱਖਾਂ ਨੇ ਇੱਕ ਵੱਡਾ ਰਾਜ ਕਾਇਮ ਵੀ ਕੀਤਾ ਤੇ ਰਾਜ ਵੀ ਕੀਤਾ। ਤੇ ਨਾ ਹੀ ਉਹਨਾਂ ਦੇ ਖਿਲਾਫ ਇਹ ਕੌਮਾਂ ਕਦੀ ਉੱਠ ਕੇ ਖੜੀਆਂ ਹੋਈਆਂ। ਤਾਂ ਜਦੋਂ ਅਸੀਂ ਰਾਜ ਗਵਾਇਆ ਤਾਂ ਇਸ ਕਰਕੇ ਨਹੀਂ ਗਵਾਇਆ ਕਿ ਅਸੀਂ ਘੱਟ ਗਿਣਤੀ ਵਿੱਚ ਹਾਂ, ਸਾਡੀਆਂ ਆਪਣੀਆਂ ਗਲਤੀਆਂ ਤੇ ਕਮਜ਼ੋਰੀਆਂ ਕਰਕੇ ਰਾਜ ਗਵਾਇਆ। ਤਾਂ ਲੋੜ ਤਾਂ ਪਹਿਲਾਂ ਸਾਨੂੰ ਆਪਣੀਆਂ ਗਲਤੀਆਂ ਤੋਂ ਸਬਕ ਸਿੱਖਣ ਦੀ ਹੈ, ਕਮਜ਼ੋਰੀਆਂ ਨੂੰ ਸੁਧਾਰਨ ਦੀ ਹੈ, ਆਪਣੇ ਵਿਰਸੇ ਤੇ ਸਿਧਾਂਤਾਂ ਅਨੁਸਾਰ ਆਪਣੇ ਜੀਵਨ ਨੂੰ ਬਣਾਉਣ ਦੀ ਹੈ। ਐਸਾ ਕੀਤੇ ਬਗੈਰ ਮੈਂ ਸਮਝਦਾ ਕਿ ਰਾਜ ਦੀ ਇੱਛਾ ਕਰਨੀ ਇਹ ਨਿਰਾਰਥਕ ਵੀ ਹੈ, ਤੇ ਇਹ ਸੋਚਣਾ ਵੀ ਢਹਿੰਦੀ ਦੀ ਕਲਾ ਹੈ ਕਿ ਅਸੀਂ ਸਦਾ ਮਾਰ ਹੀ ਖਾਣੀ ਹੈ। ਇਹੋ ਜਿਹੀ ਕੋਈ ਗੱਲ ਨਹੀਂ। ਸਾਡਾ ਆਪਣਾ ਇਤਿਹਾਸ ਹੀ ਸਾਨੂੰ ਦੱਸ ਰਿਹਾ ਕਿ ਘੱਟ ਗਿਣਤੀ ਹੁੰਦੇ ਹੋਇਆਂ ਵੀ ਅਸੀਂ ਰਾਜ ਕੀਤਾ ਹੈ, ਤੇ ਇਹ ਕੋਈ ਕਾਰਨ ਨਹੀਂ ਹੈ ਕਿ ਘੱਟ ਗਿਣਤੀ ਹੁੰਦੇ ਹੋਏ ਅਸੀਂ ਗੁਲਾਮੀ ਝੇਲੀਏ। ਅਸੀਂ ਸਵੈਮਾਨ ਦੇ ਨਾਲ ਸਿਰ ਉੱਚਾ ਕਰਕੇ ਜੀ ਸਕਦੇ ਹਾਂ। ਪਰ ਗੱਲ ਉਹੀ ਹੈ, ਕੰਡੀਸ਼ਨਸ ਉਹੀ ਹਨ ਕਿ ਅਸੀਂ ਆਪਣੀਆਂ ਗਲਤੀਆਂ ਤੋਂ ਸਬਕ ਸਿੱਖੀਏ, ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰੀਏ, ਆਪਣੇ ਜੀਵਨ ਨੂੰ ਉੱਚਾ ਬਣਾਈਏ, ਤੇ ਜੋ ਗੁਰੂ ਨੇ ਅਤ ਉੱਤਮ ਸਿਧਾਂਤ ਸਾਨੂੰ ਦਿੱਤੇ ਹਨ ਉਹਨਾਂ ਦੇ ਮੁਤਾਬਕ ਸਾਨੂੰ ਆਪਣਾ ਜੀਵਨ ਬਣਾਉਣ ਦੀ ਲੋੜ ਹੈ। ਆਸ ਹੈ ਸਵਾਲਕਰਤਾ ਨੇ ਜੋ ਪੁੱਛਣਾ ਚਾਹਿਆ ਸੀ ਉਹਦਾ ਜਵਾਬ ਮਿਲਿਆ ਹੋਵੇਗਾ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਫਤਿਹ। ਧੰਨਵਾਦ ਹੈ ਵੀਰ ਪ੍ਰਭ ਕੀਰਤਨ ਸਿੰਘ ਜੀ। ਤਾਂ ਸੰਗਤ ਜੀ, ਵੀਰ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਜਾਂ ਉਹਨਾਂ ਦੇ ਜੀਵਨ ਬਾਰੇ ਕੁਝ ਪੱਖਾਂ ਤੇ ਸਾਡੇ ਨਾਲ ਸਾਂਝ ਕੀਤੀ ਹੈ। ਤੋ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਆਪਾਂ ਇੱਕ ਲਾਈਨ 'ਚ ਕੋਈ ਡਿਸੀਜਨ ਨਹੀਂ ਦੇ ਸਕਦੇ, ਕਿਉਂਕਿ ਦੇਖੋ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ। ਇਹ ਠੀਕ ਹੈ ਕਿ ਕਈ ਵਾਰੀ ਜ਼ਿਆਦਾ ਗਲਤੀਆਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਨਾਕਾਬਲੇ ਬਰਦਾਸ਼ਤ ਨੇ, ਪਰ ਉਹਨਾਂ ਦੇ ਜਿਹੜੇ ਚੰਗੇ ਪੱਖ ਨੇ ਉਹ ਵੀ ਸਾਡੇ ਸਾਹਮਣੇ। ਤੇ ਜਿਵੇਂ ਪਿੱਛੇ ਵੀਰ ਜੀ ਨੇ ਕਿਸੇ ਹੋਰ ਸੰਦਰਭ ਸਾਨੂੰ ਦੱਸਿਆ ਸੀਗਾ ਕਿ ਸਭ ਤੋਂ ਜਿਹੜਾ ਲਿਟਰੇਸੀ ਰੇਟ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਅੰਗਰੇਜ਼ ਪ੍ਰਭਾਵਿਤ ਹੋਏ ਕਿ ਇੰਨੀ ਜ਼ਿਆਦਾ ਮਤਲਬ ਵੀ ਜਿਹੜੀ ਵਿਦਿਆ ਦਾ ਪਸਾਰਾ ਪੰਜਾਬ ਵਿੱਚ ਸੀਗਾ, ਤੇ ਜਿਹੜਾ ਕਿ ਅੰਗਰੇਜ਼ਾਂ ਨੂੰ ਚੈਲੰਜ ਮਹਿਸੂਸ ਹੋਇਆ ਕਿ ਇਹ ਐਡੀ ਵੱਡੀ ਲਿਟਰੇਸੀ ਇਹਨਾਂ ਕੋਲ, ਐਡੇ ਪੜ੍ਹੇ ਲਿਖੇ ਹੈਗੇ ਨੇ ਸਾਰੇ। ਉਹਨਾਂ ਨੇ ਫਿਰ
ਬੜੇ ਤਰੀਕੇ ਦੇ ਨਾਲ, ਬੜੀ ਚਲਾਕੀ ਦੇ ਨਾਲ ਸਾਰਿਆਂ ਕੋਲੋਂ ਕਿਤਾਬ ਜਿਹੜੇ ਕਾਇਦੇ ਸਨ ਵਾਪਸ ਲਏ। ਕਹਿਣ ਦਾ ਭਾਵ ਇਹ ਹੈ ਕਿ ਇਹ ਇੱਕ ਬਹੁਤ ਵੱਡਾ ਗੋਲਡਨ ਮਤਲਬ ਵੀ ਪ੍ਰਿੰਸੀਪਲ ਉਹਨਾਂ ਨੇ ਬਣਾਇਆ ਸੀਗਾ ਕਿ ਸਭ ਨੂੰ ਸਾਖਰਤਾ, ਲਿਟਰੇਸੀ ਆਵੇ। ਤਾਂ ਇਹ ਇੱਕ ਬੜੀ ਵੱਡੀ ਗੱਲ ਹੈ ਜਿਹਦੇ ਤੋਂ ਗੋਰੇ ਵੀ ਪ੍ਰਭਾਵਿਤ ਹੋਏ ਨੇ, ਤੇ ਉਹਨਾਂ ਨੂੰ ਇਹ ਮਜਬੂਰ ਕਰਕੇ ਮਜਬੂਰ ਹੋ ਕੇ ਉਹਨਾਂ ਨੂੰ ਇਹ ਅਰੇਂਜਮੈਂਟ ਕਰਨਾ ਪਿਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਖਤਮ ਕੀਤਾ ਜਾਏ। ਤਾਂ ਇੱਕ ਬੜੀ ਵੱਡੀ ਗੱਲ ਹੈ। ਔਰ ਇੱਕ ਗੱਲ ਹੋਰ ਸੰਗਤ ਜੀ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਪੰਜਾਬ ਤੇ ਕਬਜ਼ਾ ਹੈ ਗੋਰਿਆਂ ਦਾ, ਸਾਰੇ ਹਿੰਦੁਸਤਾਨ ਤੇ ਕਰ ਲਿਆ, ਪਰੰਤੂ ਪੰਜਾਬ ਤੇ ਨਹੀਂ ਸੀ ਕਰ ਸਕੇ। ਸਭ ਤੋਂ ਅਖੀਰ ਜਾ ਕੇ ਪੰਜਾਬ ਤੇ ਵਾਰੀ ਆਈ ਹੈ। ਤੇ ਮੈਂ ਸਮਝਦਾ ਵੀ ਆਲੇ ਦੁਆਲੇ ਦਾ ਬੜਾ ਵੱਡਾ ਪ੍ਰਭਾਵ ਹੁੰਦਾ। ਮਹਾਰਾਜੇ ਤੇ ਆਲੇ ਦੁਆਲੇ ਜਿਹੜੀ ਜੁੰਡਲੀ ਸੀ ਉਹਨਾਂ ਨੇ ਮਹਾਰਾਜਾ ਨੂੰ, ਕਿਉਂਕਿ ਜਿਹੜੇ ਬਾਦਸ਼ਾਹ ਹੁੰਦੇ ਨੇ ਉਹਨਾਂ ਨਾਲ ਐਡਵਾਈਜ਼ਰ ਤੇ ਹੁੰਦੇ ਨੇ, ਉਹਨਾਂ ਬਗੈਰ ਕੰਮ ਵੀ ਨਹੀਂ ਚੱਲਦਾ। ਪਰ ਜੇ ਐਡਵਾਈਜ਼ਰ ਜਿਹੜੇ ਨੇ ਉਹ ਮਕਾਰ ਮਿਲ ਜਾਣ ਤਾਂ ਉਹ ਕੁਝ ਐਸਾ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੇ ਆਲੇ ਦੁਆਲੇ ਐਡਵਾਈਜ਼ਰੀ ਬੋਰਡ ਸੀਗਾ ਉਹਨਾਂ 'ਚ, ਜਿਵੇਂ ਵੀਰ ਜੀ ਨੇ ਇਸ਼ਾਰਾ ਕੀਤਾ, ਉਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਮਹਾਰਾਜੇ ਕੋਲੋਂ ਕਰਵਾਈਆਂ ਔਰ ਇਹ ਸਿੱਖ ਰਾਜ ਦੇ ਡਾਊਨਫਾਲ ਦਾ ਕਾਰਨ ਉਹ ਬਣੇ। ਤਾਂ ਖੈਰ ਸਾਨੂੰ ਜਿਹੜਾ ਹਿਸਟਰੀ ਆ ਉਹ ਤੋਂ ਸਬਕ ਲੈਣਾ ਚਾਹੀਦਾ। ਜਿਹੜੀਆਂ ਮਹਾਰਾਜੇ ਦੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਸਾਨੂੰ ਅਪਣਾਉਣਾ ਚਾਹੀਦਾ, ਔਰ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਅੱਗੋਂ ਤੋਂ ਨਾ ਹੋਣ, ਇਹ ਅਸੀਂ ਆਪਣੇ ਮਨਾਂ ਵਿੱਚ ਇਹ ਸੋਚਣਾ। ਪ੍ਰਭ ਕੀਰਤਨ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਆਪ ਜੀ ਨੇ, ਕਿਉਂਕਿ ਇਹ ਐਸੇ ਸਵਾਲ ਜਿਹੜੇ ਨੇ ਇਹ ਸੌਖੇ ਨਹੀਂ ਹੁੰਦੇ ਜੀ। ਇਹਨਾਂ ਦੀ, ਜਿਵੇਂ ਅੱਜ ਇੱਕ ਸਵਾਲ ਆਇਆ ਸੀ ਕੁਮਾ ਮਾਸ਼ਕੀ ਦਾ ਜਾਂ ਇਹ ਮਹਾਰਾਜਾ ਰਣਜੀਤ ਸਿੰਘ ਬਾਰੇ, ਇਹਦੀ ਬੜੀ ਖੋਜ ਦੀ ਲੋੜ ਹੁੰਦੀ ਹੈ। ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੋ ਸੰਗਤ ਜੀ, ਵੀਰ ਗੁਰਚਰਨ ਸਿੰਘ ਜੀ ਬਸਿਆਲਾ, ਉਹਨਾਂ ਨੇ ਇੱਕ ਗੱਲ ਕਹੀ ਸੀ ਸਵਾਲ ਦੇ ਤੌਰ ਤੇ ਕਿ ਜਿਸ ਵੇਲੇ ਜੋੜ ਮੇਲਿਆਂ ਤੇ ਸੰਗਤ ਜਾਂਦੀ ਹੈ, ਖਾਸ ਕਰਕੇ ਤੁਸੀਂ ਦੇਖੋ ਆਪਾਂ ਤਕਰੀਬਨ ਬਹੁਤੇ ਇਹ ਪੰਜਾਬ ਨਾਲ ਸਾਡੀਆਂ ਜੜ੍ਹਾਂ ਜੁੜੀਆਂ ਨੇ ਜਾਂ ਅਸੀਂ ਪੰਜਾਬ ਵਿੱਚੋਂ ਹਾਂ, ਕਿ ਜਿਸ ਵੇਲੇ ਅਨੰਦਪੁਰ ਸਾਹਿਬ ਦਾ ਜੋੜ ਮੇਲਾ ਚੱਲਦਾ ਹੈ ਤਾਂ ਮੇਰੇ ਖਿਆਲ ਹੈ ਵੀ ਕੋਈ ਸਾਈਡ ਨਹੀਂ ਜਿਸ ਪਾਸੋਂ ਸੰਗਤ ਜਿਹੜੀ ਹੈ ਬਹੁਤ ਹੁੰਮ ਕੇ ਨਾ ਜਾਵੇ, ਔਰ ਲੱਖਾਂ ਦੀ ਗਿਣਤੀ ਸੰਗਤਾਂ ਪਹੁੰਚਦੀਆਂ। ਇਹ ਠੀਕ ਹੈ ਕਿ ਜਿਹੜੀਆਂ ਸੰਗਤਾਂ ਨੇ ਜੋੜ ਮੇਲਿਆਂ ਤੇ ਜਾਣਾ ਹੈ, ਰਸਤੇ ਵਿੱਚ ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ। ਪਰ ਦੋ ਗੱਲਾਂ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ। ਇੱਕ ਤੇ ਜੋ ਦੇਖਣ 'ਚ ਆਇਆ ਔਰ ਗਾਹ ਵਿਗਾਏ ਸੀ ਇੱਥੇ ਵੀ ਡਿਸਕਸ ਕਰਦੇ ਰਹੇ ਨੇ ਕਿ ਲੰਗਰ ਦੀ ਜਿਹੜੀ ਬਹੁਤਾਤ ਹੈ ਉਹ ਉਲਟਾ ਵੇਸਟੇਜ ਵਿੱਚ ਜਾਂਦੀ ਹੈ। ਇਹ ਕੋਈ ਫਨ ਨਹੀਂ ਹੈ ਕਿ ਇੱਥੇ ਲੰਗਰ ਲੱਗਿਆ, ਅੱਧੇ ਕਿਲੋਮੀਟਰ ਤੇ ਫੇਰ ਲੰਗਰ ਲੱਗਿਆ, ਅਗਲੇ ਕਿਲੋਮੀਟਰ ਤੇ ਫੇਰ ਲੰਗਰ ਲੱਗਿਆ, ਹੁੰਦਾ ਇਸ ਤਰ੍ਹਾਂ ਹੀ। ਜੇ ਆਪਾਂ ਨੂੰ ਕਿਸੇ ਚੋਂ ਸੰਗਤ ਚੋਂ ਕਿਸੇ ਨੂੰ ਨਹੀਂ ਤਜਰਬਾ, ਤਾਂ ਅਨੰਦਪੁਰ ਸਾਹਿਬ ਭਾਵ ਜੋ ਹੋਲੇ ਮਹੱਲੇ ਦੇ ਜੋੜ ਮੇਲੇ ਤੇ ਆਪ ਜੀ ਪੰਜਾਬ ਵਿੱਚ ਥੋੜਾ ਜਿਹਾ ਚੱਕਰ ਕੱਟੋ, ਤੁਹਾਨੂੰ ਪਤਾ ਲੱਗੇਗਾ। ਪਰ ਜਿਹੜਾ ਸਵਾਲ ਸੀ ਉਹ ਇਹ ਹੈ ਕਿ ਜਿੱਥੇ ਲੰਗਰ ਲੱਗਦਾ ਹੈ ਆਮ ਤੌਰ ਤੇ ਉੱਥੇ ਟੈਂਟ ਦੇ ਥੱਲੇ ਹੀ ਮਹਾਰਾਜ ਦਾ ਪ੍ਰਕਾਸ਼ ਕਰਕੇ ਪਾਠ ਕੀਤਾ ਜਾਂਦਾ, ਜਾਂ ਕਈ ਥਾਂ ਤੇ ਨਾ ਪੱਕਾ ਹੀ ਲੰਗਰ ਸਥਾਨ ਬਣਾ ਲਏ ਨੇ ਉਹਨਾਂ ਮੇਨ ਰੋਡ ਤੇ ਜੀ, ਪੱਕੇ ਸਥਾਨ ਕਿਸੇ ਡੇਰੇਦਾਰ ਨੇ ਜਾਂ ਕਈਆਂ ਹੋਰ ਪਿੰਡਾਂ ਵਾਲੇ ਰਲ ਕੇ ਬਣਾਏ, ਉਹਦਾ ਨਾਂ ਹੀ ਲੰਗਰ ਸਥਾਨ। ਉੱਥੇ ਉਹਨਾਂ ਨੇ ਇੱਕ ਕਮਰਾ ਪਾਇਆ ਤੇ ਉਸ ਕਮਰੇ ਵਿੱਚ ਪਾਠ ਹੋ ਰਿਹਾ। ਹੁਣ ਸੰਗਤ ਜਿਹੜੀ ਉਹ ਜਾ ਰਹੀ ਹੈ, ਰੁਕਦੀ ਹੈ ਕੇਵਲ ਲੰਗਰ ਛਕਣ ਲਈ, ਤਾਂ ਉੱਥੇ ਉਹਨਾਂ ਨੇ ਕਿੰਨਾ ਕਿਸੇ ਨੇ ਪਾਠ ਸੁਣਨਾ। ਵੀਰ ਜੀ ਦਾ ਮਨ ਦਾ ਦਰਦ ਇਹ ਸੀ ਕਿ ਪਾਠੀ ਸਿੰਘ ਪਾਠ ਕਰ ਰਿਹਾ, ਉਹਨੂੰ ਸੁਣਨ ਵਾਲਾ ਕੋਈ। ਤੇ ਇਹ ਵੀ ਇੱਕ ਮਤਲਬ ਹੈ ਵੀ ਮੈਨੂੰ ਖਿਮਾ ਕਰਨਾ, ਇਹ ਫਾਰਮੈਲਿਟੀ ਜੀ ਬਣ ਜਾਂਦੀ ਹੈ। ਇਸ ਪਾਸੇ ਨਹੀਂ ਚੱਲਣਾ ਚਾਹੀਦਾ। ਜੇ ਤਾਂ ਪਾਠ ਸੁਣਨ ਵਾਲੀ ਸੰਗਤ ਹੈ ਤਾਂ ਪਾਠ ਕਰੋ, ਨਹੀਂ ਤੇ ਤੁਸੀਂ ਲੰਗਰ ਸਥਾਨ ਬਣਾਇਆ, ਲੰਗਰ ਲਈ ਲੰਗਰ ਛਕਾਓ, ਲੰਗਰ ਬਣਾਓ, ਪਰ ਉੱਥੇ ਨਾਲ ਪੈਰਲਲ ਪਾਠ ਚਲਾਉਣ ਦਾ ਤਾਂ ਹੀ ਫਾਇਦਾ ਜੇਕਰ ਸੰਗਤ ਨੇ ਬੈਠ ਕੇ ਸੁਣਨਾ ਜਾਂ ਕੋਈ ਤਿਉਹਾਰ ਵੇਲੇ ਸੁਣਨ ਵਾਲੇ ਬੈਠੇ। ਤੋ ਇਹਦੇ ਬਾਰੇ ਮੈਂ ਵੀਰ ਗੁਰਚਰਨ ਸਿੰਘ ਜੀ ਨੂੰ ਇਹੀ ਕਹਾਂਗਾ, ਉਹ ਆਪ ਖੁਦ ਉਸ ਇਲਾਕੇ ਨੂੰ ਸੰਬੰਧ ਰੱਖਦੇ ਨੇ ਜਿੱਥੋਂ ਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਧਰ ਜਾਂਦੀ ਵੀ, ਉਹਨਾਂ ਦਾ ਜਿਹੜੀ ਪਿੰਡ ਹੈ ਉਹ ਉਸ ਇਲਾਕੇ ਦੇ ਵਿੱਚ ਨੇੜੇ ਤੇੜੇ ਪੈਂਦਾ। ਤੋ ਇਹਦਾ ਇਲਾਜ ਤੇ ਇੱਕੋ ਹੀ ਹੈ ਸੰਗਤ ਜੀ ਕਿ ਜਿੱਥੇ ਜਿੱਥੇ ਹੁੰਦੇ ਨੇ ਉਹਨਾਂ ਨੂੰ ਸਮਝਾਇਆ ਜਾਏ। ਹਾਲਾਂਕਿ ਸਮਝਾਉਣਾ ਬੜਾ ਔਖਾ ਹੈ, ਜਿਹੜੀ ਇੱਕ ਲਕੀਰ ਖਿੱਚੀ ਜਾਏ ਹੁਣ ਲੋਕੀ ਪਿੱਛੇ ਨਹੀਂ ਹਟਦੇ, ਪਰ ਫਿਰ ਵੀ ਕੋਸ਼ਿਸ਼ ਕੀਤੀ ਜਾਏ ਕਿ ਉਹਨਾਂ ਪ੍ਰਬੰਧਕਾਂ ਨਾਲ ਇਹ ਗੱਲਬਾਤ ਕਰਕੇ ਕਿ ਇਸ ਤਰ੍ਹਾਂ ਗੁਰਬਾਣੀ ਦਾ ਆਦਰ ਨਹੀਂ ਹੁੰਦਾ। ਜੇ ਇੱਕ ਪਾਠੀ ਸਿੰਘ ਪਾਠ ਕਰ ਰਿਹਾ ਹੈ ਤੇ ਬਾਕੀ ਜਿਹੜਾ ਆਪਣੀਆਂ ਗੱਲਾਂ ਗੱਪਾਂ ਮਾਰ ਰਹੇ ਨੇ ਜਾਂ ਕੁਝ ਕਰ ਰਹੇ ਨੇ, ਤੋ ਇਹ ਤਰੀਕੇ ਨਾਲ ਸਮਝਾਇਆ ਜਾ ਸਕਦਾ। ਤੇ ਜਾਂ ਫਿਰ ਕੋਈ ਐਸਾ ਹੁਕਮਨਾਮਾ ਜਿਹੜਾ ਉਹ ਜਾਰੀ ਹੋ ਜਾਏ ਅਕਾਲ ਤਖਤ ਸਾਹਿਬ ਤੋਂ, ਤੇ ਹੋਰ ਕੋਈ ਇਲਾਜ ਜਿਹੜਾ ਨਹੀਂ ਹੈ। ਤੇ ਸਭ ਤੋਂ ਵਧੀਆ ਤੇ ਇਹੀ ਹੈ ਕਿ ਜਿੱਥੇ ਸਾਡੀ ਪਹੁੰਚ ਹੈ ਉਹਨਾਂ ਨੂੰ ਆਪਾਂ ਇਹ ਖਬਰਦਾਰ ਕਰੀਏ, ਕਹੀਏ ਬਈ ਇਹ ਸਾਡੇ ਮਨ ਦੀ ਭਾਵਨਾ, ਇਹ ਤੁਸੀਂ ਦੇਖੋ। ਤੋ
ਸੰਗਤ ਜੀ ਹੁਣ ਸਮਾਂ ਹੋ ਗਿਆ, ਕੋਈ ਸਵਾਲ ਤੇ ਸਾਡੇ ਕੋਲ ਹੋਰ ਵੀ ਹਨ ਤਾਂ ਉਹ ਬਚ ਗਏ ਨੇ, ਅਗਲੇ ਹਫਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਵਾਂਗੇ। ਸੰਗਤ ਜੀ ਮੈਂ ਤੇ ਹਰ ਇੱਕ ਬੇਨਤੀ ਜਿਹੜੀ ਹਰ ਵਾਰੀ ਕਰਦਾ ਉਹ ਅੱਜ ਵੀ ਕਰਾਂਗਾ ਕਿ ਹਰੇਕ ਸਿੱਖ ਪ੍ਰਚਾਰਕ, ਕੁਦਰਤੀ ਕੱਲ ਇੱਕ ਮੈਂ ਵੀਡੀਓ ਦੇਖੀ ਸ਼ਤਮਨ ਵੀ ਹਰਜੀਤ ਸਿੰਘ ਜੀ ਨੇ ਭੇਜੀ ਹੈ, ਉਹਦੇ ਵਿੱਚ ਇੱਕ ਸਿੰਘ ਕਹਿ ਰਿਹਾ ਕਿ ਅਸੀਂ ਜਿਨ੍ਹਾਂ ਨੂੰ ਪ੍ਰਚਾਰ ਕਰ ਰਹੇ ਹਾਂ ਇਹ ਤਾਂ ਖੁਦ ਪ੍ਰਚਾਰਕ ਨੇ, ਭਾਵ ਇਹ ਹੈ ਕਿ ਅਸੀਂ ਆਪਣੀ ਕਮਿਊਨਿਟੀ 'ਚ ਪ੍ਰਚਾਰ ਕਰ ਰਹੇ। ਠੀਕ ਹੈ, ਕਮਿਊਨਿਟੀ 'ਚ ਪ੍ਰਚਾਰ ਕਰਨਾ ਚਾਹੀਦਾ, ਪਰ ਉਹਦੇ ਮਨ ਦਾ ਦਰਦ ਇਹ ਸੀਗਾ ਕਿ ਸਾਨੂੰ, ਕਿਉਂਕਿ ਅਸੀਂ ਸਿੱਖ ਘਰਾਣੇ ਨਾਲ ਸੰਬੰਧਿਤ ਹਾਂ, ਸਿੱਖ ਘਰਾਂ 'ਚ ਸਾਡਾ ਜਨਮ ਹੋਇਆ, ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਜੁੜੇ ਹਾਂ, ਸਾਨੂੰ ਇਹ ਸਾਰੀਆਂ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ, ਜਿਹੜੇ ਹਰ ਗੁਰਪੁਰਬਾਂ ਤੇ ਜਾਂ ਮਤਲਬ ਇਕੱਠਾਂ ਤੇ ਆ ਕੇ ਸਾਨੂੰ ਰਾਗੀ ਸਿੰਘ ਪ੍ਰਚਾਰਕ ਲੈਕਚਰ ਆ ਕੇ ਦੱਸਦੇ ਨੇ। ਉਹ ਤੇ ਕਹਿੰਦੇ ਰਾਜਨ ਹਰ ਸਿੱਖ ਜਿਹੜਾ ਸਿੱਖੀ 'ਚ ਪੱਕਾ ਹੋਵੇ ਤੇ ਜਾ ਕੇ ਬਾਹਰ ਬਾਕੀ ਬੜਾ ਵੱਡਾ ਸੰਸਾਰ ਪਿਆ ਉੱਥੇ ਜਾ ਕੇ ਪ੍ਰਚਾਰ ਕਰੇ, ਗੱਲ ਉਹਨਾਂ ਦੀ ਬੜੀ ਪੱਤੇ ਦੀ। ਤੋ ਹਰੇਕ ਸਿੱਖ ਜਿਹੜਾ ਪ੍ਰਚਾਰਕ ਹੈ ਸੰਗਤ ਜੀ, ਤੇ ਮੈਂ ਸਮਝਦਾ ਵੀ ਇਹ ਕੇਵਲ ਕਹਿਣ ਸੁਣਨ ਦੀ ਗੱਲ ਨਹੀਂ, ਇਹ ਸਾਡਾ ਫਰਜ਼ ਹੈ। ਜੇ ਆਪਾਂ ਨਹੀਂ ਪ੍ਰਚਾਰ ਕਰ ਰਹੇ ਤੇ ਇਹ ਸਮਝੋ ਵੀ ਅਸੀਂ ਕੋਈ ਕੁਤਾਹੀ ਹੋ ਰਹੀ ਹੈ ਸਾਡੇ ਪਾਰਟ ਤੇ। ਮੈਂ ਤੇ ਬੇਨਤੀ ਕਰਦਾ ਉਹਨਾਂ ਭਾਵੇਂ ਘਰ ਦਾ ਇੱਕ ਬੱਚਾ ਜਿਹੜਾ ਉਹਨੂੰ ਤੁਸੀਂ ਉਂਗਲ ਲਾ ਲਓ ਤੇ ਉਹਨੂੰ ਗੁਰਮਤਿ ਦੀ ਗੱਲ ਦੱਸੋ, ਘਰ ਦੇ ਜੀਆਂ ਨੂੰ ਦੱਸੋ, ਆਂਢ ਗੁਆਂਢ ਦੱਸੋ। ਹਾਂ, ਜੇਕਰ ਤੁਸੀਂ ਕਲਾਸਾਂ ਲਾ ਕੇ ਦੱਸੋ ਤਾਂ ਬਹੁਤ ਵਧੀਆ। ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਗਤ ਚੋਂ ਕਾਫੀ ਐਸੇ ਉਦਮੀ ਨੇ, ਜਿਵੇਂ ਭੈਣ ਗੁਰਮੀਤ ਕੌਰ ਜੀ ਨੇ, ਡਾਕਟਰ ਸ਼ਰਨਜੀਤ ਕੌਰ ਜੀ ਨੇ, ਡਾਕਟਰ ਸੁਰਿੰਦਰ ਸਿੰਘ ਜੀ ਨੇ, ਸਰ ਫੂਲਾ ਸਿੰਘ ਜੀ ਨੇ, ਸਰ ਰਜਿੰਦਰ ਸਿੰਘ ਜੀ ਰੇਖੀ, ਹੋਰ ਵੀ ਕਈ ਨੇ, ਤੇ ਜਿਹੜੇ ਨਾਮ ਸਾਹਮਣੇ ਆਉਂਦੇ ਨੇ ਵੀ ਇਹ ਉਦਮ ਕਰ ਰਹੇ ਨੇ ਆਪੋ ਆਪਣੇ ਥਾਂ ਤੇ ਕਿ ਕਿਸ ਤਰ੍ਹਾਂ ਕੀਤਾ ਜਾਏ। ਮੈਂ ਐਟ ਦ ਕਾਸਟ ਆਫ ਰੈਪੂਟੇਸ਼ਨ ਹਰ ਵਾਰੀ ਕਹਿਣਾ ਕਿ ਹੁਣ ਤੇ ਪ੍ਰਚਾਰ ਕਰਨਾ ਹੀ ਬੜਾ ਸੌਖਾ ਹੈ। WhatsApp ਤੁਹਾਡੇ ਕੋਲ ਹੈ, ਹਰ ਇੱਕ ਦੇ ਹੱਥ ਵਿੱਚ ਸੈੱਲ ਫੋਨ। ਤੁਸੀਂ WhatsApp ਤੇ ਕੋਈ ਵੀ ਮੈਸੇਜ ਪਾਓ, ਆਪਣੇ ਜਿਹੜੇ ਤੁਹਾਡੇ ਸੰਬੰਧੀ ਨੇ, ਮਿਲਣ ਵਾਲੇ ਨੇ, ਦੋਸਤ ਮਿੱਤਰ ਨੇ, ਉਹਨਾਂ ਨੂੰ ਜੇ ਆਪਾਂ ਰੋਜ਼ ਇੱਥੋਂ ਜਿਹੜੀ ਗੱਲ ਸੁਣਦੇ ਆ, ਜਿਹੜੀ ਗੱਲ ਤੁਹਾਨੂੰ ਚੰਗੀ ਲੱਗਦੀ ਹੈ ਬਈ ਬਹੁਤ ਇੰਪੋਰਟੈਂਟ ਹੈ, WhatsApp ਤੇ 2 ਲਾਈਨਾਂ ਲਿਖੋ ਤੇ ਅੱਗੇ ਸਰਕੂਲੇਟ ਕਰ ਦਿਓ, ਇਹ ਵੀ ਪ੍ਰਚਾਰ। ਸਾਡੇ ਕੋਲ Instagram, ਤੁਸੀਂ 1-2 ਮਿੰਟ ਦੀ ਆਪਣੀ ਰਿਕਾਰਡਿੰਗ ਪਾ ਕੇ ਜਾਂ ਕੋਈ ਹੋਰ ਚੀਜ਼ ਜਿਹੜੀ ਹੈ ਉਹਦੇ ਨਾਲ ਅਟੈਚ ਕਰਕੇ ਤੁਸੀਂ ਭੇਜੋ, ਤੁਹਾਡਾ ਕੁਝ ਨਹੀਂ ਲੱਗਦਾ। Instagram ਹੈ, ਤੇ ਤੁਹਾਡਾ Twitter ਹੈ, Facebook ਹੈ, ਸਾਡੀ ਈਮੇਲਸ ਨੇ, ਜਿੱਥੇ ਮਰਜ਼ੀ ਕਰੋ। ਤੋ ਇਹਨਾਂ ਚੀਜ਼ਾਂ ਦਾ ਆਪਾਂ ਬੈਸਟ ਯੂਜ਼ ਕਰੀਏ। ਸੰਗਤ ਜੀ ਜਿਹੜਾ ਉਹ ਹੇਕ ਲਾ ਕੇ ਪੜ੍ਹਦੇ ਹੁੰਦੇ ਸਨ ਸਾਡੇ, ਜਦ ਮੈਂ ਛੋਟਾ ਜਿਹਾ ਸਾਂ, ਗ੍ਰੰਥੀ ਸਿੰਘ ਜੀ, ਉਹ ਕਹਿੰਦੇ ਸੀ ਫੇਰ ਨਾ ਮਿਲੇਗਾ ਦੂਜੀ ਵਾਰ, ਐਸਾ ਸਮਾਂ ਫੇਰ ਨਾ ਮਿਲੇ। ਉਹ ਨਾਲ ਭਈ ਪ੍ਰਾਪਤ ਮਾਨਕ ਦੇਰੀਆ ਦੀ ਗੱਲ ਕਰਦੇ ਹੁੰਦੇ ਸਨ। ਬਿਲਕੁਲ ਠੀਕ ਹੈ ਕਿ ਇਹ ਸਮਾਂ ਪ੍ਰਚਾਰ ਦਾ ਵੀ ਬਾਰ-ਬਾਰ ਨਹੀਂ ਮਿਲਣਾ। ਜਿੰਨਾ ਚਿਰ ਸਾਡੇ ਹੱਡ ਪੈਰ ਚੱਲਦੇ ਨੇ ਔਰ ਵਾਹਿਗੁਰੂ ਨੇ ਸਾਨੂੰ ਸਮਰੱਥ ਬਣਾਇਆ, ਉਨਾ ਚਿਰ ਪ੍ਰਚਾਰ ਜ਼ਰੂਰ ਕੀਤਾ ਜਾਏ, ਕਿਉਂਕਿ ਪਤਾ ਨਹੀਂ ਮਤ ਜਾਪੇ ਸਾ ਆਵੇ ਕਿ ਨਾ ਆਵੇ। ਤੋ ਸਤਿਗੁਰੂ ਕਿਰਪਾ ਕਰਨ, ਅਸੀਂ ਆਪਣਾ ਫਰਜ਼ ਸਮਝੀਏ ਕਿ ਇਹ ਪ੍ਰਚਾਰ ਕਰਨਾ ਕੇਵਲ ਕਿਸੇ ਪ੍ਰਚਾਰਕ ਸ਼੍ਰੇਣੀ ਦੇ ਹਿੱਸੇ ਨਹੀਂ ਹੈ। ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਚਾਰਕ ਸ਼੍ਰੇਣੀ ਤਾਂ ਪੈਦਾ ਹੀ ਨਹੀਂ ਕੀਤੀ, ਉਹਨਾਂ ਨੇ ਤੇ ਸਾਰੇ ਹੀ ਸਿੱਖਿਆਰਥੀ ਸਿੱਖ ਬਣਾਏ ਨੇ ਕਿ ਸਾਰੇ ਸਿੱਖੋ ਤੇ ਸਿਖਾਓ। ਤੇ ਸਿੱਖ ਮਿਸ਼ਨਰੀ ਕਾਲਜ ਦੀ ਨਾਰਾ ਵੀ ਇਹੀ ਹੈ ਕਿ ਗੁਰਮਤਿ ਸਿੱਖ ਕੇ ਅਸਾਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ। ਆਓ ਇਸ ਸਲੋਗਨ ਤੇ ਚੱਲੀਏ ਕਿ ਆਪਣਾ ਫਰਜ਼ ਜਿਹੜਾ ਉਹ ਪਹਿਚਾਣੀਏ। ਸੰਗਤ ਜੀ, ਜੇ ਇੱਕ ਨੂੰ ਹੀ ਆਪਾਂ ਗੁਰਮਤਿ ਦੇ ਰਸਤੇ ਤੇ ਲਾਇਆ ਤੇ ਸਮਝੋ ਸਾਡਾ ਉਹ ਦਿਨ ਸਫਲ। ਸਤਿਗੁਰੂ ਕਿਰਪਾ ਕਰੇ ਅਸੀਂ ਕੇਵਲ ਗੱਲਾਂ ਨਾ ਕਰੀਏ, ਇਹਦੇ ਤੇ ਅਮਲ ਕਰੀਏ। ਔਰ ਉਹਦੇ ਲਈ ਆਓ ਆਪਾਂ ਰਲ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਇਹ ਜੋਦੜੀ ਕਰੀ ਕਿ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰੋ। ਅਸੀਂ ਆਪਣਾ ਫਰਜ਼ ਪਹਿਚਾਣ ਕੇ ਦੇਖੋ, ਬਾਕੀ ਅਸੀਂ ਸਾਰੇ ਕੰਮ ਕਰਦੇ ਹਾਂ, ਅਸੀਂ ਆਪਣੇ ਸਰੀਰ ਦਾ ਵੀ ਧਿਆਨ ਰੱਖਦੇ ਹਾਂ, ਪਰਿਵਾਰ ਦਾ ਵੀ ਧਿਆਨ ਰੱਖਦੇ ਹਾਂ, ਵਪਾਰ ਦਾ ਵੀ ਧਿਆਨ ਰੱਖਦੇ ਹਾਂ, ਨੌਕਰੀ ਬਹੁਤ ਵਧੀਆ ਕਰਦੇ ਹਾਂ, ਉਹਦੇ 'ਚ ਕੋਈ ਕੁਤਾਹੀ ਨਹੀਂ ਕਰਦੇ। ਤੇ ਪ੍ਰਚਾਰ ਲਈ ਇਹ ਸਮਝਿਆ ਵੀ ਸ਼ਾਇਦ ਕੋਈ ਇਹ ਸਾਡਾ ਫਾਲਤੂ ਨਹੀਂ ਹੈ, ਇਹ ਪਹਿਲਾ ਵਿਸ਼ਾ। ਆਓ ਇਹਨੂੰ ਪ੍ਰਾਇੋਰਟੀ ਤੇ ਲਈਏ। ਮੈਂ ਹਰ ਵਾਰੀ ਬੇਨਤੀ ਕਰਦਾ ਹੁੰਦਾ, ਅੱਜ ਵੀ ਕਹਿ ਰਹੇ ਕਿ ਹੋ ਸਕਦਾ ਸੰਗਤ ਚੋਂ ਮੇਰੇ ਕੋਈ ਵੀਰ ਭੈਣ ਬਜ਼ੁਰਗ ਇਹ ਕਹਿਣ ਬਈ ਇਹ ਤੇ ਹਰ ਵਾਰੀ ਇਹੀ ਗੱਲ ਕਹੀ ਜਾਂਦਾ। ਮੈਂ ਪਿਛਲੇ ਹਫ਼ਤੇ ਵੀ ਕਹੀ ਸੀ, ਸੰਗਤ ਜੀ ਮੈਂ ਤੇ ਗੱਲ ਕਹਿਣੀ ਹੈ, ਤੁਹਾਨੂੰ ਠੀਕ ਲੱਗੇ ਨਾ ਲੱਗੇ, ਪਰ ਮੈਂ ਇਸ ਗੱਲ ਨੂੰ ਜ਼ਰੂਰ ਕਵਾਂਗਾ ਔਰ ਕਹਿੰਦਾ ਰਵਾਂਗਾ ਕਿ ਅਸੀਂ ਸਾਰਿਆਂ ਨੇ ਪ੍ਰਚਾਰ ਕਰਨਾ, ਸਾਡਾ ਫਰਜ਼। ਅੱਜ ਦੇ ਪ੍ਰੋਗਰਾਮ ਵਿੱਚ ਹੋ ਗਈਆਂ ਬਹੁਤ ਸਾਰੀਆਂ ਤਰੁੱਟੀਆਂ ਲਈ ਮੈਂ ਆਪਾਂ ਸੁਖਿਮਾ ਮੰਗਦਾ। ਮੇਰੀ ਡਿਵਾਈਸ ਵਿੱਚ ਕੁਝ ਟਰਬਲ ਸਮੱਸਿਆ ਆ ਗਈ ਸੀ, ਉਹਦੇ ਲਈ ਵੀ 1-2 ਮਿੰਟ ਮੇਰੇ ਕੋਲ ਖਰਾਬ ਹੋਏ ਨੇ। ਮੈਂ ਉਹਦੇ ਲਈ ਵੀ ਆਪਾਂ ਸੁਖਿਮਾ ਮੰਗਦਾ ਔਰ ਆਸ ਰੱਖਦਾ
ਕਿ ਆਪ ਜੀ ਇਸੇ ਤਰ੍ਹਾਂ ਸਾਨੂੰ ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਰੱਖੋਗੇ ਸੰਗਤ ਦਾ, ਔਰ ਇਸੇ ਤਰ੍ਹਾਂ ਸਵਾਲ ਭੇਜੋ, ਸਾਨੂੰ ਸੁਝਾਅ ਭੇਜੋ, ਔਰ ਤਰੀਕੇ ਦੱਸੋ ਕਿ ਅਸੀਂ ਇਸ ਨੂੰ ਜਿਹੜੇ ਪ੍ਰੋਗਰਾਮ ਇਹ ਚੱਲਦੇ ਨੇ ਸੋਮਵਾਰ ਤੋਂ ਸ਼ਨੀਚਰਵਾਰ ਤੱਕ, ਇਹਨਾਂ ਨੂੰ ਕਿਸ ਤਰ੍ਹਾਂ ਹੋਰ ਬਿਹਤਰ ਬਣਾਈਏ, ਤਾਂ ਜੇ ਸੰਗਤ ਸਾਡੇ ਨਾਲ, ਹੁਣ ਤੇ ਅਸੀਂ ਸੈਂਕੜੇ ਤੇ ਪਹੁੰਚੇ ਹਾਂ, ਤੇ ਮੈਨੂੰ ਯਾਦ ਹੈ ਕਿ ਸਾਲ ਡੇਢ ਪਹਿਲੇ ਕਿਹਾ ਸੀ ਕੋਈ 5 ਸੈਂਕੜਾ ਚਾਹੀਦਾ, ਕਿਉਂਕਿ ਜਿਸ ਵੇਲੇ ਉਹ ਗੱਲ ਚੱਲੀ ਸੀ ਵੀ 100 ਤੋਂ ਉੱਤੇ ਵਾਲਾ ਲੈਣਾ ਹੈ, ਤੇ ਉਹ ਅਜੀਤ ਸਿੰਘ ਜੀ ਕਹਿੰਦੇ ਖਰਚਾ ਬੜਾ ਹੈ ਤੇ ਸੰਗਤ ਆਉਂਦੀ ਨਹੀਂ। ਪਰ ਚਲੋ ਸੰਗਤ ਨੇ ਕਿਰਪਾ ਕੀਤੀ, ਖਰਚੇ ਦੀ ਕੋਈ ਪ੍ਰੋਬਲਮ ਨਹੀਂ ਹੈ, ਤੇ ਸੰਗਤ ਦੀ ਜ਼ਰੂਰ ਹੈ ਕਿ 1 ਸੈਂਕੜੇ ਤੋਂ ਆਪਾਂ 2 ਸੈਂਕੜੇ ਕੱਢ ਹੋਵਾਂਗੇ, ਆਪਣਾ ਟਾਰਗੇਟ ਲਾਈਏ। ਤੋਂ ਭੁੱਲਾਂ ਲਈ ਖਿਮਾ, ਸਭ ਦਾ ਧੰਨਵਾਦ। ਅਗਲੇ ਸੋਮਵਾਰ ਫਿਰ ਇਸੇ ਪ੍ਰੋਗਰਾਮ ਲਈ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।